ਅਸੀਂ ਪੜਾਂਗੇ ਬਾਈਬਲ ਦੇ ਵਿੱਚ ਇੱਕ ਵਚਨ ਜ਼ਬੂਰ ਭਜਨ ਸੰਹਿਤਾ 15 ਉਹਦੀ 1 ਆਇਤ ਤੋਂ ਲੈ ਕੇ 3 ਤੱਕ ਅਸੀਂ ਪੜਾਂਗੇ। Psalm 15 verse 1 to 3 ਭਜਨ ਸੰਹਿਤਾ ਜ਼ਬੂਰ 15 ਦੀ 1 ਤੋਂ ਲੈ ਕੇ 3 ਆਇਤ ਤੱਕ ਜਿਹਨੂੰ ਵੀ ਮਿਲ ਗਈ ਪੜ੍ਹ ਦਿਓ। हे परमेश्वर तेरे तंबू में कौन रहेगा? हे परमेश्वर तेरे तंबू में कौन रहेगा? कौन रहेगा ਜਾਂ ਤੇਰੇ ਘਰ ਦੇ ਵਿੱਚ ਕੌਣ ਰਵੇਗਾ। ਸਵਾਲ ਹੈ ਇਹ। ਖੁਦਾ ਦਾ ਦਾਸ ਇੱਕ ਸਵਾਲ ਦੇ ਨਜ਼ਰੀਏ ਦੇ ਨਾਲ ਇਹ ਗੱਲ ਕਰ ਰਿਹਾ ਆ ਕਿ हे ਪਰਮੇਸ਼ਵਰ ਤੇਰੇ ਘਰ ਦੇ ਵਿੱਚ ਕੌਣ ਰਵੇਗਾ, ਜਾਂ ਦੂਜੇ ਸ਼ਬਦਾਂ 'ਚ ਆਪਾਂ ਇਹ ਕਹਿ ਦਈਏ ਵੀ ਕੌਣ ਲਾਇਕ ਜਿਹੜਾ ਤੇਰੇ ਘਰ ਦੇ ਵਿੱਚ ਰਹਿ ਸਕੇ। ਸੋ ਅਸੀਂ ਆਪਣੇ ਜੀਵਨਾਂ ਦੇ ਵਿੱਚ ਅੱਜ ਤੱਕ ਗੌਰ ਕਰਾਂਗੇ ਕਿ ਕੀ ਅਸੀਂ ਇਸ ਲਾਇਕ ਹਾਂ ਕਿ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਰਹਿ ਸਕੀਏ, ਔਰ ਸਾਡਾ ਵਿਵੇਕ ਸਾਡੇ ਉੱਤੇ ਠੋਕ ਕੇ ਗਵਾਹੀ ਦੇਵੇਗਾ। ਅਸੀਂ ਦੁਨੀਆ ਦੇ ਨਾਲ ਝੂਠ ਬੋਲ ਸਕਦੇ ਹਾਂ, ਲੇਕਿਨ ਆਪਣੇ ਆਪ ਦੇ ਨਾਲ ਝੂਠ ਨਹੀਂ ਬੋਲ ਸਕਦੇ। ਦੁਨੀਆ ਨੂੰ ਗੁੰਮਰਾਹ ਕੀਤਾ ਜਾ ਸਕਦਾ, ਪਰ ਆਪਣੇ ਆਪ ਨੂੰ ਨਹੀਂ। ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਜਾਂ ਫਿਰ ਸਾਡਾ ਬਣਾਉਣ ਵਾਲਾ ਸਾਨੂੰ ਜਾਣਦਾ ਹੈ। ਹਾਲੇਲੂਇਆ। ਇਸ ਲਈ ਖੁਦਾ ਦਾ ਦਾਸ ਕਹਿੰਦਾ, हे ਪਰਮੇਸ਼ਵਰ ਤੇਰੇ ਤੰਬੂ ਮੇ ਕੌਣ ਰਹੇਗਾ, ਤੇਰੇ ਘਰ ਦੇ ਵਿੱਚ ਕੌਣ ਰਵੇਗਾ। ਅੱਜ ਅਸੀਂ ਥੋੜ੍ਹਾ ਜਿਹਾ ਹਟ ਕੇ ਇੱਕ ਅਲੱਗ ਤਰੀਕੇ ਨਾਲ ਅਸੀਂ ਸਿੱਖਾਂਗੇ, ਕਿਉਂਕਿ ਜ਼ਿਆਦਾਤਰ ਬਰਥਡੇ ਦੇ ਉੱਤੇ ਤਕਰੀਬਨ ਉਹ ਮਿਲਦੇ ਜੁਲਦੇ ਮੈਸੇਜ ਹੁੰਦੇ ਆ, ਲੇਕਿਨ ਵਚਨ ਉਹੀ ਹੋਣਗੇ, ਲੇਕਿਨ ਉਹਨੂੰ ਖੁਦਾ ਦੇ ਆਤਮਾ ਦੇ ਦੁਆਰਾ ਅਸੀਂ ਥੋੜ੍ਹਾ ਜਿਹਾ ਇੱਕ ਅਲੱਗ ਤਰੀਕੇ ਦੇ ਨਾਲ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਹਾਲੇਲੂਇਆ। ਸੋ ਸਵਾਲ ਇਹ ਆ ਕਿ ਤੇਰੇ ਘਰ ਦੇ ਵਿੱਚ ਕੌਣ ਸਲਾਮਤ ਰਹੂਗਾ ਤੇਰੇ ਘਰ ਦੇ ਵਿੱਚ ਨਾ। तेरे पवित्र पर्वत पर कौन बसने पाएगा, ये भी सवाल है। अगे 2 आयत तो पढ़ांगे असी। वे जो खराई से चलता है। हाँ जी, कौन भला वसूगा जी। पहला की सीगा भला, 2 गल्लां की सीगियां, सवाल सीगे, ते हुण नाल नाल ही लिखण वाला की दिंदा पिया भला, जवाब दिंदा पिया। आत्मा उहदे ते ਜ਼ਾਹਰ करदा है कौन है जिहड़ा उहदे घर दे विच वस सकदा आ। ते पहला जवाब की है, पढ़ांगे दोबारा। वे जो खराई से चलता, किहड़ा वसूगा भला, जिहड़ा खराई दे नाल। खराई दा मतलब समझदे हो, जिहड़ा सच्चाई दे नाल, चंगी नीयत दे नाल, सिद्धी चाल। कौन वस सकदा भला उहदे तंबू दे विच, उहदे घर दे विच, जिहड़ा इस जहान दे उत्ते सिद्धी चाल चलेगा, खराई दे नाल चलेगा, सच्चाई दे नाल चलेगा, ਜਿਹੜਾ ਆਪਣੀ ਖਰਾਈ ਨੂੰ ਇਸ ਯੁੱਗ ਦੇ ਵਿੱਚ, ਇਸ ਸੰਸਾਰ ਦੇ ਵਿੱਚ, ਜਿਹੜਾ ਆਪਣੀ ਖਰਾਈ ਨੂੰ, ਆਪਣੇ ਜੀਵਨ ਲੀਲਾ ਨੂੰ ਖਤਮ ਹੋਣ ਤੋਂ ਪਹਿਲਾਂ ਆਪਣੀ ਖਰਾਈ ਨੂੰ ਸਿੱਧ ਕਰੂਗਾ। ਔਰ ਉਹ ਖਰਾਈ ਨੂੰ ਜਿਹੜਾ ਸਿੱਧ ਕਰਨਾ ਹੈ, ਉਹ ਇੰਨੀ ਕੁ ਖਰਾਈ ਚਾਹੀਦੀ ਹੈ ਜਿੰਨੀ ਕੁ ਪਰਮੇਸ਼ਵਰ ਦੇ ਵਿੱਚ ਹੈ। ਪਰਮੇਸ਼ਵਰ ਦੇ ਬਰਾਬਰ ਦੀ ਖਰਾਈ ਜਿਹਦੇ ਵਿੱਚ ਹੋਵੇਗੀ, ਉਹੋ ਹੀ ਆ ਜਿਹੜਾ ਪਰਮੇਸ਼ਵਰ ਦੇ ਨਾਲ ਪਰਮੇਸ਼ਵਰ ਦੇ ਘਰ ਦੇ ਵਿੱਚ ਰਹਿ ਸਕੇਗਾ। ਜਿਹੜਾ ਪਰਮੇਸ਼ਵਰ ਦੇ ਸਮਾਨ ਇਸ ਜੀਵਨ ਦੇ ਵਿੱਚ ਨਹੀਂ ਬਣੇਗਾ, ਉਹ ਕਦੇ ਵੀ ਪਰਮੇਸ਼ਵਰ ਦੇ ਘਰ ਦੇ ਵਿੱਚ ਨਹੀਂ ਰਹੇਗਾ। ਸੋ ਮਸੀਹੀ ਲੋਕਾਂ ਨੂੰ ਮਾਣ ਤੇ ਬੜਾ ਹੈ ਵੀ ਸਾਨੂੰ ਸਵਰਗ ਦੀ ਟਿਕਟ ਜਿਹੜੀ ਆ ਉਹ ਮਿਲੀ ਹੋਈ ਹੈ, ਪੱਕੀ ਆ। ਤੇ ਪਰ ਆਪਣੇ ਆਪ ਦੇ ਉੱਤੇ ਤੇ ਆਪਣੇ ਜੀਵਨ ਦੇ ਉੱਤੇ ਗੌਰ ਕਰਨ ਕਿ ਜੋ ਵਚਨ ਕਹਿੰਦਾ ਆ ਉਹਦੇ ਮੁਤਾਬਕ ਸਾਡੇ ਵਿੱਚ ਕਿੰਨੇ ਕੁ % ਧਾਰਮਿਕਤਾ ਆ, ਕਿੰਨੇ ਕੁ % ਖਰਾਈ ਦੇ ਵਿੱਚ ਅਸੀਂ ਚੱਲੇ ਆ, ਕਿੰਨੇ ਕੁ % ਚੱਲ ਰਹੇ ਆ, ਤੇ ਕਿੰਨੇ ਕੁ % ਅਸੀਂ ਚੱਲਣ ਦਾ ਮਨ ਬਣਾਉਂਦੇ ਆ, ਤੇ ਕਿੰਨੇ ਕੁ % ਚੱਲਣ ਦਾ ਚਾਹੁੰਦੇ ਆ ਪਰ ਚੱਲਿਆ ਜਾਂਦਾ ਨਹੀਂ ਆ। ਸੋ ਇਹ ਸਾਨੂੰ ਵਿਚਾਰ ਕਰਨ ਦੀ ਜ਼ਰੂਰਤ ਆ। ਤੇ ਜਦੋਂ ਇਹ ਵਿਚਾਰ ਅਸੀਂ ਕਰਾਂਗੇ ਤੇ ਫਿਰ ਸਾਡੇ ਸਾਹਮਣੇ ਕਈ ਚੀਜ਼ਾਂ ਜਿਹੜੀਆਂ ਉਹ ਕੀ ਹੈ ਭਲਾ ਖੁੱਲ੍ਹ ਕੇ ਆਉਣਗੀਆਂ। ਹਾਲੇਲੂਇਆ। ਸੋ ਪਹਿਲੀ ਗੱਲ ਤੇ ਇਹ ਹੈ, ਵੈ ਜੋ ਖਰਾਈ ਸੇ ਚਲਤਾ ਹੈ। ਕੌਣ ਵਸੇਗਾ ਉਹਦੇ ਘਰ ਦੇ ਵਿੱਚ, ਜਿਹੜਾ ਖਰਾਈ ਦੇ ਨਾਲ ਚੱਲੇਗਾ। ਤੇ ਅਸੀਂ ਹੁਣ
ਆਪਣੀ ਸੰਤਾਨ ਨੂੰ ਕੀ ਸਿੱਖਿਆ ਦੇਣੀ ਆ? ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਪਰਮੇਸ਼ਵਰ ਦੇ ਨਾਲ ਵਸੋ, ਤੇ ਸਭ ਤੋਂ ਜ਼ਰੂਰੀ ਭਲਾ ਕੀ ਆ? ਤੁਹਾਨੂੰ ਆਪਣਾ ਜੀਵਨ ਖਰਾਈ ਦੇ ਵਿੱਚ ਚਲਾਉਣਾ ਪਵੇਗਾ। ਇਹਦੀ ਛੋਟੀ ਜਿਹੀ ਐਗਜ਼ਾਮਪਲ ਦੇਖ ਲੈਂਦੇ ਆ ਕਿ ਪਰਮੇਸ਼ਵਰ ਨੇ ਇਸ ਜ਼ਮੀਨ ਦੇ ਉੱਤੇ ਤੰਬੂ ਲਵਾਇਆ। ਉਸ ਤੰਬੂ ਨੂੰ ਕਿੱਥੇ ਲਾਉਣਾ ਜਗ੍ਹਾ ਆਪ ਦੱਸਦਾ ਸੀ, ਉਹਨੂੰ ਕਿੱਦਾਂ ਬਣਾਉਣਾ ਆ ਤਰੀਕਾ ਆਪ ਦੱਸਿਆ। ਔਰ ਉਸ ਤੰਬੂ ਦੇ ਵਿੱਚ ਪਰਮੇਸ਼ਵਰ ਦਾ ਜਲਾਲ ਸੀ, ਪਰਮੇਸ਼ਵਰ ਨਹੀਂ ਸੀ। ਇੱਕ ਗੱਲ ਹਮੇਸ਼ਾ ਯਾਦ ਰੱਖਣੀ, ਪਰਮੇਸ਼ਵਰ ਕਦੇ ਵੀ ਆਪਣੇ ਤਖਤ ਨੂੰ ਛੱਡਦਾ। ਪਰਮੇਸ਼ਵਰ ਤਖਤ ਨਸ਼ੀ ਹੈ, ਤੇ ਉਹਦਾ ਜਲਾਲ ਜਿਹੜਾ ਸੀ ਉਸ ਤੰਬੂ ਦੇ ਵਿੱਚ ਸੀ। ਔਰ ਉਸ ਤੰਬੂ ਦੇ ਵਿੱਚ ਜਿੱਥੇ ਉਹਦਾ ਜਲਾਲ ਸੀ, ਉੱਥੇ ਉਹੋ ਹੀ ਪ੍ਰਵੇਸ਼ ਕਰ ਸਕਦਾ ਸੀ ਅਤੀ ਪਵਿੱਤਰ ਸਥਾਨ ਦੇ ਵਿੱਚ, ਜਿਹੜਾ ਉਹਦੇ ਹੁਕਮ ਕਾਨੂੰਨ ਤੇ ਵਿਧੀਆਂ ਨੂੰ ਪੂਰਾ ਕਰਦਾ ਹੈ, ਤੇ ਜਿਹੜੀ ਖਰਾਈ ਦਾ ਰਸਤਾ ਉਹਨੇ ਦੱਸਿਆ ਆ, ਜਿਹੜਾ ਉਸ ਰਸਤੇ ਦੇ ਉੱਤੇ ਚੱਲਦਾ ਆ, ਉਹਨੂੰ ਹੀ ਅਧਿਕਾਰ ਸੀ। ਔਰ ਉਹਨੂੰ ਬਕਾਇਦਾ ਥਾਪਿਆ ਜਾਂਦਾ ਸੀ। ਔਰ ਉਹ ਮਹਾਜਾਜਕ ਜਿਹੜਾ ਮਿੱਥੇ ਹੋਏ ਸਮੇਂ ਦੇ ਉੱਤੇ ਅਗਰ ਤੇ ਖਰਾਈ ਜੀਵਨ ਦੇ ਵਿੱਚ ਹੈਗੀ ਆ, ਤੇ ਫਿਰ ਤੇ ਉਹ ਆਰਾਧਨਾ ਦਾ ਕੰਮ ਪੂਰਾ ਕਰਕੇ ਬਾਹਰ ਆਉਂਦਾ ਸੀ। ਪਰ ਜੇ ਜੀਵਨ ਦੇ ਵਿੱਚ ਖਰਾਈ ਨਹੀਂ ਆ, ਤੇ ਫਿਰ ਉਹ ਬਾਹਰ ਨਹੀਂ ਸੀ ਆਉਂਦਾ, ਉਹਦੀ ਉਸੇ ਜਗ੍ਹਾ ਦੇ ਉੱਤੇ ਮੌਤ ਹੋ ਜਾਂਦੀ ਸੀ। ਔਰ ਫਿਰ ਉਹਨੂੰ ਖਿੱਚਿਆ ਜਾਂਦਾ ਸੀ, ਉਹਨੂੰ ਉਹਦੀ ਲੋਥ ਨੂੰ, ਉਹਦੀ ਲਾਸ਼ ਨੂੰ ਕੋਈ ਅੰਦਰੋਂ ਉਠਾਉਣ ਲਈ ਵੀ ਜਾ ਸਕਦਾ ਨਹੀਂ ਆ। ਔਰ ਪਹਿਲਾਂ ਹੀ ਉਹਦੇ ਪੈਰਾਂ ਨੂੰ ਜਿਹੜਾ ਆ ਉਹ ਸੰਗਲ ਬੰਨ੍ਹ ਦਿੱਤੇ ਜਾਂਦੇ ਸੀਗੇ। ਤੇ ਫਿਰ ਜਦੋਂ ਦੇਖਦੇ ਸੀਗੇ ਵੀ ਟਾਈਮ ਜਿੰਨਾ ਆਰਾਧਨਾ ਦਾ ਹੈਗਾ ਉਹਨੇ ਟਾਈਮ 'ਚ ਜੋ ਬਾਹਰ ਨਹੀਂ ਆਇਆ, ਤੇ ਇਹਦਾ ਮਤਲਬ ਉਹਦਾ ਕੰਮ ਹੋ ਗਿਆ ਆ, ਤੇ ਫਿਰ ਉਹਨੂੰ ਇੱਦਾਂ ਹੀ ਬਾਹਰ ਖਿੱਚ ਲਿਆ ਜਾਂਦਾ ਸੀ। ਸੋ ਜਿੱਥੇ ਪਰਮੇਸ਼ਵਰ ਦਾ ਜਲਾਲ ਸੀ, ਪਰਮੇਸ਼ਵਰ ਆਪ ਨੇ ਸੀ, ਉੱਥੇ ਦੇ ਬਾਰੇ ਇੰਨੀ ਸਖਤੀ ਆ, ਉੱਥੇ ਦੇ ਬਾਰੇ ਐਡਾ ਸਖਤ ਕਾਨੂੰਨ ਆ ਕਿ ਉਸ ਜਗ੍ਹਾ ਦੇ ਉੱਤੇ ਵੀ ਬਿਨਾਂ ਖਰਾਈ ਤੋਂ ਬੰਦਾ ਪ੍ਰਵੇਸ਼ ਕਰ ਸਕਦਾ ਨਹੀਂ ਆ। ਤੇ ਫਿਰ ਅਸੀਂ ਜਿਹੜੀ ਮਸੀਹੀ ਜੀਵਨ ਦੇ ਵਿੱਚ ਇੱਕ ਉਮੀਦ ਲਗਾ ਕੇ ਬੈਠੇ, ਸਾਡੀ ਉਮੀਦ ਭਲਾ ਕੀ ਆ? ਅਸੀਂ ਹਮੇਸ਼ਾ ਦੇ ਲਈ ਪਰਮੇਸ਼ਵਰ ਦੇ ਨਾਲ ਜਾ ਕੇ ਵਸਣਾ ਆ। ਉਮੀਦ ਕੀ ਲਾ ਕੇ ਬੈਠੇ ਭਲਾ ਅਸੀਂ ਹਮੇਸ਼ਾ ਦੇ ਲਈ ਪਰਮੇਸ਼ਵਰ ਦੇ ਨਾਲ ਜਾ ਕੇ ਵਸਣਾ ਆ। ਤੇ ਫਿਰ ਹੁਣ ਜਦੋਂ ਵਸਣ ਦੀ ਗੱਲ ਆ ਗਈ ਹੈ, ਤੇ ਫਿਰ ਵਿਚਾਰ ਕਰੀਏ ਵੀ ਜਲਾਲ ਵਾਲੀ ਜਗ੍ਹਾ ਦੇ ਉੱਤੇ ਏਡੀ ਸਖਤਾਈ ਸੀਗੀ, ਤੇ ਜਦੋਂ ਅਸੀਂ ਸਾਖਸ਼ਾਤ ਉਹਦੇ ਨਾਲ ਜਾ ਕੇ ਰਹਿਣਾ ਆ ਜਿੱਥੇ, ਤੇ ਫਿਰ ਉੱਥੇ ਖਰਾਈ ਦਾ ਪੈਮਾਨਾ ਜਿਹੜਾ ਆ ਉਹ ਕਿੰਨਾ ਕੁ ਹੋਰ ਜ਼ਿਆਦਾ ਉੱਤਮ ਹੋਣਾ ਚਾਹੀਦਾ ਹੈ। ਲਿਖਿਆ ਨਾ ਉਸ ਤੰਬੂ ਦੇ ਵਿੱਚ, ਤੇ ਜਿਹੜਾ ਆਰਾਧਨਾ ਦਾ ਸਮਾਨ ਸੀ ਨਾ, ਉਹ ਤੇ ਆਉਣ ਵਾਲੇ ਆਰਾਧਨਾ ਦਾ ਇੱਕ ਪਰਛਾਵਾਂ ਸੀ। ਤੇ ਜਿਹੜਾ ਪਰਛਾਵਾਂ ਸੀ ਨਾ, ਜੇ ਉਹਦੇ ਵਿੱਚ ਇੰਨੀ ਸਖਤਾਈ ਸੀਗੀ, ਤੇ ਫਿਰ ਅਸਲੀ ਭਗਤੀ ਜਿਹੜੀ ਆ, ਅਸਲੀ ਆਰਾਧਨਾ ਦੇ ਵਿੱਚ ਸਖਤਾਈ ਕਿੰਨੀ ਵੱਧ ਕੇ ਆ। ਜਦ ਕਿ ਅਸੀਂ ਆਪਣੇ ਜੀਵਨਾਂ ਵਿੱਚ ਦੇਖਦੇ ਹਾਂ ਕਿ ਸਾਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਐਤਵਾਰ ਅਸੀਂ ਈਸਾਈ ਹਾਂ, ਤੇ ਅਸੀਂ ਐਤਵਾਰ ਨੂੰ ਕਿੱਥੇ ਜਾਣਾ ਭਲਾ? ਚਰਚ। ਇੰਨਾ ਕੀ ਆ ਸਾਨੂੰ, ਹੋਰ ਇਸ ਤੋਂ ਅੱਗੇ ਦੇ ਕੋਈ ਪਤਾ ਨਹੀਂਗਾ। ਤੇ ਉਹ ਚਰਚ ਦੇ ਵਿੱਚ ਜਾਣ ਦਾ ਨਿਯਮ ਕਾਨੂੰਨ ਕੀ ਆ, ਉਹ ਵੀ ਸਾਨੂੰ ਪਤਾ। ਉੱਥੇ ਜਾਣਾ ਹੀ ਕਿਉਂ ਹੈ ਇਹ ਵੀ ਨਹੀਂ ਪਤਾ। ਬਸ ਇੰਨਾ ਪਤਾ ਵੀ ਅਸੀਂ ਜੇ ਨਾ ਗਏ ਤੇ ਕੋਈ ਇਹ ਨਾ ਕਹਿ ਦੇਵੇ ਤੁਸੀਂ ਕ੍ਰਿਸਚਨ ਹੋ ਕੇ ਤੇ ਤੁਸੀਂ ਚਰਚ ਨਹੀਂ ਅੱਜ ਗਏ, ਤੁਹਾਡਾ ਤੇ ਅੱਜ ਐਤਵਾਰ ਸੀਗਾ ਤੇ ਤੁਸੀਂ ਚਰਚ ਨਹੀਂ ਗਏ। ਤੇ ਉਹ ਸਿਰਫ ਲੋਕਾਂ ਦੀ ਸ਼ਰਮ ਨੂੰ ਹੀ ਕਈ ਲੋਕ ਜਾਂਦੇ ਆ, ਵੀ ਕੋਈ ਕਿਤੇ ਕਹਿ ਨਾ ਦੇਵੇ ਵੀ ਤੁਸੀਂ ਅੱਜ ਸੰਡੇ ਆ ਤੇ ਤੁਸੀਂ ਕਿੱਥੇ ਘੁੰਮਦੇ ਫਿਰਦੇ, ਵੀ ਤੁਹਾਨੂੰ ਤੇ ਜਾਣਾ ਚਾਹੀਦਾ ਚਰਚ। ਤੇ ਅਸੀਂ ਈਸਾਈ ਕਿਹੜੇ ਆ ਭਲਾ? ਸੰਡੇ ਵਾਲੇ ਈਸਾਈ। ਬਸ ਇੰਨਾ ਕੀ ਕੰਮ ਆ ਸਾਡਾ ਵੀ ਸੰਡੇ ਨੂੰ ਅਸੀਂ ਕਿੱਥੇ ਜਾਣਾ ਭਲਾ? ਇਹੋ ਜਿਹੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹੁੰਦੇ ਭਲਾ? ਈਸਾਈ। ਕਿਉਂਕਿ ਇਹਨਾਂ ਨੂੰ ਮਸੀਹੀ ਕਹਿਣਾ ਜਿਹੜਾ ਉਹ ਮਸੀਹਤ ਦੀ ਲਈ ਇੱਕ ਸ਼ਰਮ ਦੀ ਗੱਲ ਹੈ। ਔਰ ਇਹ ਉਹ ਲੋਕ ਆ ਜਿਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਮਸੀਹ ਦੇ ਵਿੱਚ ਆਉਣਾ ਤੇ ਚਾਹੁੰਦੇ ਆ। ਬਹੁਤ ਸਾਰੀ ਦੁਨੀਆ, ਬੜੇ ਸਾਰੇ ਲੋਕਾਂ ਦਾ ਸਾਡੇ ਜਦੋਂ ਵਾਰਤਾਲਾਪ ਹੁੰਦੀ ਨਾ, ਕਿਉਂਕਿ ਅਸੀਂ ਤਾਂ ਦੁਨੀਆ 'ਚ ਵਿਚਰਦੇ ਹਾਂ, ਤੇ ਕਈ ਲੋਕ ਕਹਿੰਦੇ ਆ ਜੀ ਵੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਮਸੀਹ ਹੀ ਸੱਚਾ ਵਾਹਿਦ ਪਰਮੇਸ਼ਵਰ ਆ। ਪਰ ਅਸੀਂ ਉਸ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਕੋਈ ਖਾਸ ਤਬਦੀਲੀ ਨਹੀਂ ਦੇਖੀ। ਉਹਨਾਂ ਦਾ ਜੀਵਨ ਸਾਡੇ ਵਰਗਾ ਹੀ ਆ। ਤੇ ਜੇ ਉਹਨਾਂ ਦਾ ਜੀਵਨ ਵੀ ਸਾਡੇ ਵਰਗਾ ਹੀ ਆ, ਤੇ ਫਿਰ ਜਿੱਥੇ ਅਸੀਂ ਹੈਗੇ ਉੱਥੇ ਖੁਸ਼ ਹੀ ਆ। ਕਿਉਂਕਿ ਅਸੀਂ ਇਹ ਗਲਤੀ ਨਹੀਂ ਕਰ ਸਕਦੇ ਜਿਹੜੀ ਉਹਨਾਂ ਨੇ ਕੀਤੀ ਹੈ। ਉਹ ਤੇ ਜਾਣਦੇ ਆ ਵੀ ਅਸੀਂ ਸੱਚੇ ਪਰਮੇਸ਼ਵਰ ਦੇ ਕੋਲ ਆ ਗਏ ਆ, ਫਿਰ ਵੀ ਆਪਣੀ ਬਦੀਆਂ ਤੋਂ ਬਾਜ ਆਏ ਨਹੀਂ। ਪਰ ਸਾਨੂੰ ਉਸ ਪਰਮੇਸ਼ਵਰ ਤੋਂ ਡਰ ਲੱਗਦਾ, ਜਿਸ ਪਰਮੇਸ਼ਵਰ ਦੇ ਬਾਰੇ 'ਚ ਅਸੀਂ ਤੁਹਾਡੇ ਕੋਲੋਂ ਸੁਣਦੇ ਹਾਂ ਵੀ ਉਹ ਕਿੰਨੀ ਜਲਨ ਰੱਖਣ ਵਾਲਾ ਹੈ।
ਤੁਹਾਡੇ ਕੋਲ ਸੁਣਿਆ ਉਹ ਭਸਮ ਕਰਨ ਵਾਲੀ ਅੱਗ ਆ। ਤੁਹਾਡੇ ਕੋਲ ਸੁਣਿਆ ਵੀ ਉਹ ਬੇਸ਼ੱਕ ਪ੍ਰੇਮ ਕਰਨ ਵਾਲਾ ਖੁਦਾ ਆ, ਲੇਕਿਨ ਪਾਪ ਤੋਂ ਨਫ਼ਰਤ ਕਰਦਾ ਆ। ਬੇਸ਼ੱਕ ਪਾਪੀ ਨੂੰ ਮੁਹੱਬਤ ਕਰਦਾ ਹੈ, ਪਰ ਪਾਪ ਨੂੰ ਬਰਦਾਸ਼ਤ ਨਹੀਂ ਕਰਦਾ। ਇਹ ਤੁਹਾਡੇ ਕੋਲ ਸੁਣਿਆ ਆ, ਪਰ ਤੁਹਾਡੇ ਵਿੱਚ ਕੋਈ ਤਬਦੀਲੀ ਦੇਖੀ ਨਹੀਂ ਹੈ। ਸੋ ਇਹ ਫਿਰ ਉਹ ਲੋਕ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਲੋਕਾਂ ਦੇ ਮਸੀਹ ਦੇ ਕੋਲ ਆਉਣ ਦਾ ਰਸਤਾ ਕੀ ਹੁੰਦਾ ਭਲਾ, ਬੰਦ ਹੁੰਦਾ, ਜਦੋਂ ਉਹ ਵੀ ਸਾਨੂੰ ਦੁਨੀਆ ਦੇ ਤਰੀਕੇ ਦੇ ਨਾਲ ਹੀ ਦੇਖਦੇ ਆ। ਜਿੱਦਾਂ ਦੁਨੀਆ ਚੱਲਦੀ ਹੈ ਉੱਦਾਂ ਹੀ ਉਹ ਵੀ ਚੱਲਦੇ ਆ। ਅੱਜ ਕਿਸੇ ਬ੍ਰਦਰ ਨੇ ਪੋਸਟ ਪਾਈ ਹੈ, ਤੇ ਮੈਨੂੰ ਪਤਾ ਵੀ ਅਸੀਂ ਪਹਿਲਾਂ ਵੀ ਜਦੋਂ ਜਿਹਨਾਂ ਆਸਥਾਵਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਆਸਥਾਵਾਂ ਦੇ ਵਿੱਚ ਵੀ ਇਦਾਂ ਦੇ ਬੜੇ ਆ, ਕਈ ਵਾਰੀ ਉਹ ਗੱਲਾਂ ਆਉਂਦੀਆਂ ਹੁੰਦੀਆਂ ਸੀ, ਪਰਚੇ ਲਿਖੇ ਹੁੰਦੇ ਸੀਗੇ ਇਸ ਤਰ੍ਹਾਂ ਜੀ, ਫਲਾਨਾ ਬੰਦਾ ਫਲਾਨੀ ਥਾਂ ਤੇ ਗਿਆ ਤੇ ਉਹਨੂੰ ਇਦਾਂ ਕੋਈ ਆਵਾਜ਼ ਆਈ ਤੇ ਉਹਨੂੰ ਕਿਹਾ ਵੀ ਤੂੰ ਫਲਾਨੀ ਥਾਂ ਤੇ ਜਾ ਕੇ ਇਦਾਂ ਕਰ, ਤੇ ਉਹਨੇ ਇਦਾਂ ਕੀਤਾ ਤੇ ਉਹਨੂੰ ਖਜ਼ਾਨਾ ਲੱਭ ਪਿਆ। ਤੇ ਬਾਅਦ ਵਿੱਚ ਫਿਰ ਕਿਸੇ ਨੇ ਉਹ ਪਰਚਾ ਪੜ੍ਹਿਆ ਤੇ ਉਹਨੇ ਵਿਸ਼ਵਾਸ ਨਹੀਂ ਕੀਤਾ, ਪਾੜ ਦਿੱਤਾ, ਉਹਦਾ ਬੱਚਾ ਮਰ ਗਿਆ। ਤੇ ਇਦਾਂ ਦੀਆਂ ਅਸੀਂ ਬੜੀਆਂ ਇਹਨੂੰ ਕਹਿੰਦੇ ਡਰਾ ਕੇ ਕਰਾਉਣ ਵਾਲੀ ਭਗਤੀ। ਕਿਹੜੀ ਭਗਤੀ ਭਲਾ? ਲੋਕਾਂ ਦੇ ਵਿੱਚ ਡਰ ਪਾ ਦਿੱਤਾ ਜਾਵੇ ਤੇ ਭਗਤੀ ਕਰਾਈ ਜਾਵੇ। ਤੇ ਉਹ ਇਦਾਂ ਦੀ ਅੱਜ ਕਿਸੇ ਨੇ ਪੋਸਟ ਪਾਈ ਆ। ਪੋਸਟ ਕਿੱਦਾਂ ਪਾਈ ਆ? ਜਿਹੜੇ ਆਤਮਿਕ ਲੋਕ ਆ ਨਾ, ਉਹ ਜਦੋਂ ਵੀ ਕੋਈ ਇਦਾਂ ਦੀ ਗੱਲ ਜਿਹੜਾ ਭਵਿੱਖਬਾਣੀ ਦੇ ਤੌਰ ਤੇ ਕੋਈ ਗੱਲ ਕਰਦਾ ਨਾ, ਤੇ ਜਿਹੜੇ ਆਤਮਿਕ ਲੋਕ ਆ ਮਿੰਟ ਦੇ ਵਿੱਚ ਸਮਝ ਜਾਂਦੇ ਆ ਵੀ ਇਹਦਾ ਵਚਨ ਦੇ ਨਾਲ ਕੋਈ ਲੈਣਾ ਦੇਣਾ ਹੈ ਕਿ ਨਹੀਂ। ਕਿਉਂਕਿ ਇਹਨਾਂ ਭਵਿੱਖਬਾਣੀਆਂ ਨੂੰ ਉਹੀ ਬੰਦਾ ਸਮਝ ਸਕਦਾ ਜਿਹੜਾ ਵਚਨ ਨੂੰ ਸਮਝਦਾ ਹੈ, ਨਹੀਂ ਤੇ ਕੋਈ ਵੀ ਗੁੰਮਰਾਹ ਹੋ ਸਕਦਾ। ਕੋਈ ਜਿੰਨੀਆਂ ਭਵਿੱਖਬਾਣੀਆਂ ਹੋਣੀਆਂ ਸੀ ਨਾ ਅੰਤ ਸਮੇਂ ਦੇ ਲਈ, ਉਹ ਸਾਰੀਆਂ ਦੀਆਂ ਸਾਰੀਆਂ ਬਾਈਬਲ ਦੇ ਵਿੱਚ ਦਰਜ ਹੈ। ਹੁਣ ਕੋਈ ਨਵੀਂ ਭਵਿੱਖਬਾਣੀ ਨਹੀਂ ਹੋਣੀ। ਇੱਕ ਗੱਲ ਨੂੰ ਚੇਤੇ ਰੱਖੋ ਤੁਸੀਂ ਮਸੀਹੀ ਲੋਕ, ਕੋਈ ਵੀ ਨਵੀਂ ਭਵਿੱਖਬਾਣੀ ਨਹੀਂ ਹੋਣੀ। ਤੇ ਫਿਰ ਅਸੀਂ ਕਹਾਂਗੇ ਕਿ ਵਚਨ 'ਚ ਤੇ ਲਿਖਿਆ ਉਹਨੇ ਕਈਆਂ ਨੂੰ ਨਬੀ ਕਈਆਂ ਨੂੰ ਰਸੂਲ ਬਣਾਇਆ, ਤੇ ਜੇ ਫਿਰ ਭਵਿੱਖਬਾਣੀ ਹੋਣੀ ਨਹੀਂ ਤੇ ਫਿਰ ਨਬੀ ਦਾ ਕੀ ਕੰਮ ਰਹਿ ਗਿਆ? ਨਬੀ ਤੇ ਹੁੰਦਾ ਹੀ ਨਬੂਵਤ ਦੇ ਵਾਸਤੇ ਆ, ਤੇ ਫਿਰ ਨਬੀ ਦਾ ਕੀ ਕੰਮ ਰਹਿ ਗਿਆ? ਨਬੀ ਜਿਹੜੇ ਹੋਣੇ ਆ ਨਾ, ਇਹਨਾਂ ਨੇ ਉਹ ਨਬੂਵਤਾਂ ਜਿਹੜੀਆਂ ਹੋਈਆਂ ਆ, ਉਹਨਾਂ ਹੀ ਨਬੂਵਤਾਂ ਨੂੰ ਪਰਮੇਸ਼ਵਰ ਨਿਖਾਰਦਾ ਸਮੇਂ ਦੇ ਉੱਤੇ। ਉਸ ਸਮੇਂ ਤੇ ਕਹੀ ਹੋਈ ਗੱਲ ਆ ਹੁਣ ਪੂਰੀ ਹੋਣ ਜਾ ਰਹੀ ਹੈ। ਕਿਉਂਕਿ ਜੋ ਇਨਸਾਨ ਦੀ ਨਜਾਤ ਦੇ ਨਾਲ ਸੰਬੰਧ ਰੱਖਦਾ ਸੀ ਨਾ, ਸਭ ਕੁਝ ਵਚਨ ਦੇ ਵਿੱਚ ਪਰਮੇਸ਼ਵਰ ਨੇ ਦਰਜ ਕਰਕੇ ਦਿੱਤਾ ਹੋਇਆ। ਇਸ ਕਰਕੇ ਭਵਿੱਖਬਾਣੀਆਂ ਦੇ ਉੱਤੇ ਬਹੁਤ ਜ਼ਿਆਦਾ ਯਕੀਨ ਨਾ ਕਰਿਆ ਕਰੋ, ਔਰ ਜਦੋਂ ਕੋਈ ਭਵਿੱਖਬਾਣੀ ਕਰਦਾ ਆ ਦੇਖਿਆ ਕਰੋ ਵਚਨ ਦੇ ਨਾਲ ਮਿਲਾ ਕੇ ਕਿ ਇਹਦਾ ਵਚਨ ਦੇ ਨਾਲ ਸੰਬੰਧ ਹੈਗਾ ਵੀ ਆ ਕਿ ਨਹੀਂ। ਉਹ ਕੀ ਹੋਇਆ, ਅੱਜ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਉਹਦੇ 'ਤੇ ਬਿਆਨ ਦਿੱਤਾ ਵੀ ਤੀਸਰੀ ਲਹਿਰ ਵੀ ਆਉਣ ਵਾਲੀ ਹੈ। ਇਸ ਲਈ ਸਾਨੂੰ ਕੀ ਹੋਣਾ ਚਾਹੀਦਾ ਭਲਾ? ਤਿਆਰ ਰਹਿਣਾ ਚਾਹੀਦਾ। ਤੇ ਉਹ ਤੀਸਰੀ ਲਹਿਰ ਦੇ 'ਚ ਉਹਨਾਂ ਨੇ ਦੱਸਿਆ ਵੀ ਬੱਚਿਆਂ ਦੇ ਉੱਤੇ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਅਸਰ ਕਰਨਗੀਆਂ। ਤੇ ਉਹ ਕਿਸੇ ਨੇ ਗੂਗਲ ਕਾਲ ਤੋਂ ਸਰਚ ਕੀਤਾ ਹੋਣਾ ਵੀ ਇੱਦਾਂ ਦਾ ਕੋਈ ਸਿਸਟਮ ਹੋਣ ਵਾਲਾ, ਤੇ ਉਹਨੂੰ ਭਵਿੱਖਬਾਣੀ ਬਣਾ ਕੇ ਨਾ ਤੇ ਆਪਣਾ ਨਾਂ ਨੂੰ ਰੋਸ਼ਨ ਕਰਨ ਦੇ ਲਈ ਵੀ ਕੱਲ੍ਹ ਨੂੰ ਜਦੋਂ ਇਹ ਕੰਮ ਹੋਊਗਾ ਤੇ ਮੇਰੀ ਵਾਹ ਹੀ ਹੋ ਜਾਊਗੀ। ਤੇ ਉਹਨੇ ਫਿਰ ਉਸ ਚੀਜ਼ ਨੂੰ ਕੀ ਕੀਤਾ ਭਲਾ, ਇੱਕ ਪੂਰੀ PDF ਬਣਾ ਕੇ ਨਾ ਤੇ ਉਹਨੂੰ ਚੜ੍ਹਾਤਾ। ਤੇ ਉਹ ਹੁਣ ਕਹਿੰਦਾ ਗਾਂਹ ਤੋਂ ਗਾਂਹ ਸ਼ੇਅਰ ਕਰੋ ਜੀ। ਮੈਂ ਕੀ ਜੀ, ਰਾਤ ਨੂੰ ਮੈਂ ਸੁੱਤਾ ਪਿਆ ਸੀਗਾ, 12 ਵਜੇ ਅਚਾਨਕ ਪਰਮੇਸ਼ਵਰ ਨੇ ਮੈਨੂੰ ਉਠਾਲ ਦਿੱਤਾ, ਤੇ ਮੈਂ ਕੀ ਦੇਖਦਾ, ਆਕਾਸ਼ ਦੇ ਵਿੱਚ ਨਾ ਕਾਲੇ ਕਾਲੇ ਰੰਗ ਦੇ ਬਹੁਤ ਵੱਡੇ ਜੀਵ ਆ, ਉਹ ਉੜੇ ਫਿਰਦੇ ਆ, ਤੇ ਉਹ ਬਾਅਦ ਵਿੱਚ ਇੱਕਦਮ ਆਕਰਮਣ ਦੇ ਤਰੀਕੇ ਦੇ ਨਾਲ ਆਉਂਦੇ ਆ। ਤੇ ਧਰਤੀ ਦੇ ਉੱਤੇ ਮਤਲਬ ਕੀ ਦਿਖਾਇਆ ਵੀ ਉਹ ਜਿਹੜਾ ਦ੍ਰਿਸ਼ਟਾਂਤ ਕੀ ਹੈ ਜੀ, ਕਿ ਮੁਰਗੀਆਂ ਆਪਣੇ ਬੱਚਿਆਂ ਦੇ ਨਾਲ ਆ, ਤੇ ਉਹ ਮੁਰਗੀਆਂ ਦੇ ਬੱਚਿਆਂ ਨੂੰ ਚੁੱਕੀ ਜਾ ਰਹੇ ਆ। ਤੇ ਇਸ ਦ੍ਰਿਸ਼ਟਾਂਤ ਫਿਰ ਬੱਚਿਆਂ ਦੇ ਨਾਲ ਜੋੜ ਕੇ ਦੱਸਿਆ ਜਾ ਰਿਹਾ, ਜਦ ਕਿ ਉਹ ਗੱਲ ਤੇ ਜੱਗ ਜ਼ਾਹਰ ਹੀ ਹੋ ਗਈ ਆ ਵੀ ਮਤਲਬ ਕਹਿਣ ਦਾ ਭਾਵ ਵੀ ਇੱਕ ਉਹਨਾਂ ਨੇ ਕਰੋਨਾ ਨੂੰ ਲੈ ਕੇ ਤੇ ਇੱਕ ਪਹਿਲਾਂ ਹੀ ਗੱਲ ਕੀਤੀ, ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਕਈ ਲੋਕੀ ਤੇ ਗੂਗਲ 'ਚ ਸਰਚ ਕਰਕੇ ਨਾ ਵਿਚਾਰੇ ਅੱਗੇ ਭਵਿੱਖਬਾਣੀਆਂ ਕਰ ਦਿੰਦੇ ਆ ਵੀ ਹੁਣ ਆਹ ਹੋਣ ਵਾਲਾ ਆ। ਸੋ ਜਦੋਂ ਅਸੀਂ ਉਹਨਾਂ ਨੂੰ ਵਚਨਾਂ ਦੇ ਨਾਲ ਮਿਲਾ ਕੇ ਦੇਖਦੇ ਹਾਂ ਨਾ, ਤੇ ਉਹ ਫਿਰ ਉਹ ਗੱਲ ਹੀ ਸਾਬਤ ਕਰ ਦਿੰਦੀ ਹੈ। ਜੇ ਵਚਨ ਦਾ ਗਿਆਨ ਆ ਫਿਰ ਪਤਾ ਲੱਗ ਜਾਓ ਤੁਹਾਨੂੰ 1 ਮਿੰਟ ਦੇ ਵਿੱਚ ਇਹ ਝੂਠੀ ਭਵਿੱਖਬਾਣੀ ਹੈ ਕਿ ਸੱਚੀ ਭਵਿੱਖਬਾਣੀ, ਇਨਸਾਨ ਦੀ ਅਕਲ ਦੀ ਭਵਿੱਖਬਾਣੀ ਹੈ ਕਿ ਪਰਮੇਸ਼ਵਰ ਦੇ ਵਚਨ 'ਚੋਂ ਲਈ ਗਈ ਭਵਿੱਖਬਾਣੀ। ਇਸਰਾਇਲ 'ਚ ਗਤੀਵਿਧੀਆਂ ਹੋ ਰਹੀਆਂ ਨਾ, ਉਹਨਾਂ ਦਾ ਸੰਬੰਧ ਕਿਹਦੇ ਨਾਲ ਹੈ ਭਲਾ? ਉਹ ਪਹਿਲਾਂ ਲਿਖੀਆਂ ਹੋਈਆਂ ਭਵਿੱਖਬਾਣੀਆਂ ਆ, ਤੇ ਉਹਨਾਂ ਨੂੰ ਹੁਣ ਖੋ ਰਿਹਾ। ਤੇ ਹੁਣ ਜਦੋਂ ਅਸੀਂ ਦੱਸਣਾ ਤੇ ਉਹਨਾਂ ਭਵਿੱਖਬਾਣੀਆਂ ਦੇ ਪ੍ਰਕਾਸ਼ਨ ਨੂੰ ਅਸੀਂ ਦੱਸਣਾ। ਸੋ ਅਸੀਂ ਸਮਝਣਾ ਹੈ ਗੱਲ ਨੂੰ ਕਿ ਪਰਮੇਸ਼ਵਰ ਦੇ ਇੰਤਜ਼ਾਮ ਦੇ ਵਿੱਚ ਜਦੋਂ ਅਸੀਂ ਚੱਲਦੇ ਹਾਂ, ਤੇ ਫਿਰ ਅਸੀਂ ਆਪਣੀ ਪਾਕੀਜ਼ਗੀ ਨੂੰ, ਆਪਣੀ ਪਵਿੱਤਰਤਾ ਨੂੰ ਕੀ ਕਰਨਾ ਭਲਾ? ਸੰਭਾਲ ਕੇ ਰੱਖਣਾ। ਕਿਉਂਕਿ ਵਚਨ 'ਚ ਦੱਸ ਦਿੱਤਾ ਗਿਆ ਵੀ ਤੇਰੇ ਘਰ ਦੇ ਵਿੱਚ ਉਹੀ ਸਲਾਮਤ ਰਹੂਗਾ। ਕਿਹੜਾ ਭਲਾ ਰਹੂਗਾ ਸਲਾਮਤ? ਜਿਹੜਾ ਖਰੀ ਚਾਲ ਚੱਲਦਾ ਹੈ। ਅਸੀਂ ਦੇਖੀਏ ਅਸੀਂ ਖਰੀ ਚਾਲ ਚੱਲਦੇ ਪਏ ਹਾਂ, ਕਿਉਂਕਿ ਸਮਾਂ ਹੁਣ ਕਿੱਥੇ ਆ ਗਿਆ ਭਲਾ?
ਅੰਤ ਸਮੇਂ ਦੀਆਂ ਪੀੜਾਵਾਂ ਦਾ ਜਿਹੜਾ ਨਾ ਆਗਾਜ਼ ਹੋ ਚੁੱਕਾ, ਜਿਹਦੇ ਬਾਰੇ ਮੱਤੀ ਦੀ ਅੰਜੀਲ 24 ਤੇ 25 ਅਧਿਆਇ ਦੇ ਵਿੱਚ ਲਿਖਿਆ। ਔਰ ਇਹ ਭੁੱਲ ਜਾਓ ਕਿ ਪੀੜਾ ਹੁਣ ਘਟਣੀਆਂ ਆ। ਇਹ ਹੁਣ ਗੌਰਮੈਂਟਾਂ ਦੇ ਕੰਟਰੋਲ ਸਾਰੇ ਜਿਹੜੇ ਕੀ ਹੋਏ ਨੇ ਭਲਾ, ਇਹ ਪੀੜਾਵਾਂ ਹੁਣ ਘਟਣੀਆਂ ਨਹੀਂ। ਕਿਉਂਕਿ ਕਰਨ ਵਾਲਾ ਕੌਣ ਹੈ ਭਲਾ? ਕਰਨ ਵਾਲਾ ਖੁਦ ਇਸ ਕਾਇਨਾਤ ਦਾ ਮਾਲਕ ਆ, ਤੇ ਉਹ ਆਪਣੀ ਗੱਲ ਨੂੰ ਕਦੇ ਝੂਠੀ ਹੋਣ ਦੇਵੇਗਾ। ਇਸ ਲਈ ਜਿਸ ਸਮੇਂ ਦੇ ਲਈ ਜਿਹੜੀ ਭਵਿੱਖਬਾਣੀ ਕੀਤੀ ਗਈ ਆ ਉਹਦਾ ਪੂਰਾ ਹੋਣਾ ਬਹੁਤ ਜ਼ਰੂਰੀ ਆ, ਤੇ ਉਹ ਹੋਣਾ ਹੀ ਹੋਣਾ ਆ। ਇਸ ਲਈ ਸਾਨੂੰ ਹੁਣ ਇਹ ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ, ਪ੍ਰਭੂ ਇਹਨਾਂ ਮੁਸੀਬਤਾਂ ਨੂੰ ਹਟਾ। ਸਾਡੀਆਂ ਹੁਣ ਪ੍ਰਾਰਥਨਾਵਾਂ ਇਹ ਨਹੀਂ ਕਿ ਕਰੋਨਾ ਚਲਾ ਜਾਵੇ, ਗੋ ਕਰੋਨਾ ਗੋ। ਅਸੀਂ ਇਹ ਨਹੀਂ ਕਰਨਾ ਕੰਮ। ਅਸੀਂ ਤੇ ਇਹ ਕਹਿੰਦੇ ਕਰੋਨਾ ਕੰਮ ਹੋਇਆ ਤੇ ਹੁਣ ਅਸੀਂ ਕੀ ਕਰਨਾ ਹੈ। ਕਰੋਨਾ ਆ ਗਿਆ, ਅਸੀਂ ਕੀ ਕਰਨਾ ਹੈ। ਇੱਕ ਗੱਲ ਚੇਤੇ ਰੱਖੋ, ਜਿਹਦੇ ਵਿੱਚ ਮਸੀਹ ਦਾ ਆਤਮਾ ਆ ਤੇ ਜਿਹੜਾ ਉਸ ਆਤਮਾ ਦੀ ਅਗਵਾਈ ਦੇ ਨਾਲ ਚੱਲਦਾ ਹੈ, ਸਿੱਧੀ ਗੱਲ ਸਮਝ ਲਿਓ। ਇਹ 'ਚ ਕਿਸੇ ਨੂੰ ਗੁੱਸਾ ਲੱਗੇ ਤੇ ਕੋਈ ਗੱਲ ਨਹੀਂ, ਪਰ ਸਮਝਣਾ ਗੱਲ ਨੂੰ, ਜਿਹੜੀ ਹਕੀਕਤ ਆ, ਸੱਚਾਈ ਹੈ, ਸੱਚ ਦਾ ਦੱਸਣਾ ਬੜਾ ਜ਼ਰੂਰੀ ਹੈ। ਜਿਹਦੇ ਵਿੱਚ ਮਸੀਹ ਦਾ ਆਤਮਾ ਆ, ਮੈਂ ਫਿਰ ਰਿਪੀਟ ਕਰੂੰਗਾ, ਜਿਹਦੇ ਵਿੱਚ ਮਸੀਹ ਦਾ ਆਤਮਾ ਆ, ਜਿਹਨੂੰ ਪਵਿੱਤਰ ਆਤਮਾ ਮਿਲਿਆ ਆ ਤੇ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਚੱਲਦਾ ਆ, ਕਰੋਨਾ ਤੇ ਕੀ, ਕਰੋਨਾ ਦਾ ਪਿਓ ਵੀ ਉਹਦੇ ਲਾਗੇ ਨਹੀਂ ਆ ਸਕਦਾ। ਲਿਖ ਲਈਓ ਘਰ ਦੀ ਦੀਵਾਰ ਦੇ ਉੱਤੇ, ਇਹ ਗਰੰਟੀ ਆ। ਪਾਸਟਰ ਫਿਨੀ ਹੋਣਾ ਦੇਖਿਆ ਸੀ ਨਾ, ਕਰੋਨਾ ਦੀ ਲਹਿਰ ਦੇ ਵਿੱਚ ਇੱਕ ਦਿਨ ਵੀ ਟਿਕੇ ਨਹੀਂ ਸੀ। ਕਰੋਨਾ ਨੇ ਉਹਨਾਂ ਨੂੰ ਕਿਉਂ ਨਹੀਂ ਫੜਿਆ? ਔਰ ਅੱਜ ਵੀ ਉਹਨਾਂ ਦਾ ਦੌਰਾ ਇੰਡੀਆ ਵਿੱਚ, ਜਿੱਥੇ ਕਿ ਮੌਤ ਦਾ ਤਾਂਡਵ ਹੋ ਰਿਹਾ ਨਾ, ਅੱਜ ਵੀ ਉਹਨਾਂ ਦੀ ਸੇਵਕਾਈ ਉਸ ਤਾਂਡਵ ਦੇ ਵਿੱਚ ਇਦਾਂ ਹੀ ਚੱਲ ਰਹੀ ਹੈ। ਸੋ ਸਮਝਣਾ, ਅਸੀਂ ਕਈ ਵਾਰੀ ਨਾ ਵਚਨ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ। ਵਚਨ ਨੂੰ ਅਸੀਂ ਇਗਨੋਰ ਨਹੀਂ, ਅਸੀਂ ਆਪਣੇ ਉੱਤੇ ਗੌਰ ਕਰਨਾ ਵੀ ਅਸੀਂ ਕਿੱਥੇ ਖੜੇ ਆ। ਅਸੀਂ ਕਦੀ ਨਹੀਂ ਦੁਆ ਕਰਨੀ ਕਰੋਨਾ ਜਾਵੇ। ਅਸੀਂ ਤੇ ਇਹ ਦੁਆ ਕਰਨੀ, ਪ੍ਰਭੂ ਜੀ ਤੇਰਾ ਵਚਨ ਪੂਰਾ ਹੋ ਰਿਹਾ ਆ, ਹੁਣ ਸਾਨੂੰ ਦੱਸ ਅਸੀਂ ਕਿੱਥੇ ਸਹੀ ਹੋਣ ਵਾਲੇ ਆ, ਕਿੱਥੇ ਸਾਡੀ ਮੁਰੰਮਤ ਹੋਣ ਵਾਲੀ ਹੈ, ਕਿਹੜੇ ਖੂੰਜੇ ਦੇ ਵਿੱਚ ਅਜੇ ਵੀ ਪਾਪ ਦਾ ਜਿਹੜਾ ਅੰਸ਼ ਹੈ ਨਾ ਉਹ ਬੈਠਾ ਆ, ਤੇ ਉਹਨੂੰ ਕਿੱਦਾਂ ਕੱਢਿਆ ਜਾਵੇ। ਸਾਨੂੰ ਉਹ ਸਾਮਰਥ ਦੇ। ਹੁਣ ਤੇ ਸਾਮਰਥ ਮੰਗਣੀ ਆ। ਹੁਣ ਉਹ ਸਮਾਂ ਨਹੀਂਗਾ ਕਿ ਕਹੀਏ ਵੀ ਅੱਗ ਪ੍ਰਭੂ ਨਾਂ ਦੇ ਵਿੱਚ ਜਿਹੜੀ ਬੁੱਝ ਜਾਵੇ। ਹੁਣ ਤੇ ਉਹ ਅੱਗ ਬੁੱਝਣੀ ਨਹੀਂਗੀ। ਹੁਣ ਤੇ ਜੇ ਦੁਆ ਕੀਤੀ ਨਾ ਅੱਗ ਬੁਝੇ, ਤੇ ਅੱਗ ਹੋਰ ਬਲਣੀ ਆ। ਤੇ ਹੁਣ ਉਸ ਅੱਗ ਦੇ ਵਿੱਚ ਤੁਸੀਂ ਆਪਣੇ ਈਮਾਨ ਨੂੰ ਸਿੱਧ ਕਰਨਾ ਆ, ਉਹਦੇ ਲਈ ਪ੍ਰਾਰਥਨਾ ਕਰਨੀ ਆ। ਤੇ ਹੁਣ ਇਹ ਪ੍ਰਾਰਥਨਾ ਭਲਾ ਕੌਣ ਕਰੂਗਾ? ਜਿਹੜਾ ਆਤਮਾ ਦੀ ਅਗਵਾਈ ਦੇ ਵਿੱਚ ਚੱਲਦਾ ਹੈ, ਜਿਹਨੂੰ ਪਤਾ ਆ ਮੇਰੇ ਬਾਪ ਦੇ ਸ਼ਬਦ ਪੂਰੇ ਹੋਣ ਜਾ ਰਹੇ ਆ, ਤੇ ਮੈਂ ਉਹਦੇ ਖਿਲਾਫ ਦੁਆ ਨਹੀਂ ਕਰਾਂਗਾ। ਮੈਂ ਪਰਮੇਸ਼ਵਰ ਵੱਲੋਂ ਕਰਵਾਈਆਂ ਗਈਆਂ ਉਹਦੇ ਨਬੀਆਂ ਦੇ ਦੁਆਰਾ ਭਵਿੱਖਬਾਣੀਆਂ ਦੇ ਖਿਲਾਫ ਮੈਂ ਦੁਆ ਨਹੀਂ ਕਰਾਂਗਾ। ਬਲਕਿ ਮੇਰੇ ਲਈ ਤੇ ਖੁਸ਼ੀ ਦੀ ਗੱਲ ਆ ਕਿ ਮੈਂ ਜਿਸ ਸੱਚੇ ਵਾਹਿਦ ਖੁਦਾ ਦੇ ਉੱਤੇ ਈਮਾਨ ਲਿਆਂਦਾ ਸੀ, ਅੱਜ ਉਸ ਖੁਦਾ ਦਾ ਦੁਨੀਆ ਦੇ ਉੱਤੇ ਸਿੱਧ ਹੋਣ ਦਾ ਮੌਕਾ ਆ। ਅੱਜ ਅਸੀਂ ਛਾਤੀ ਠੋਕ ਕੇ ਇਹਦੇ ਵੇਰਵੇ ਦੇ ਕੇ ਲੋਕਾਂ ਨੂੰ ਕਹਿ ਸਕਦੇ ਹਾਂ, ਤੁਸੀਂ ਜਿਹੜੇ ਕਹਿੰਦੇ ਸੀ ਨਾ ਤੁਸੀਂ ਗੁੰਮਰਾਹ ਹੋ ਗਏ ਹੋ, ਤੁਸੀਂ ਜਿਹੜੇ ਕਹਿੰਦੇ ਸੀ ਨਾ ਤੁਸੀਂ ਧਰਮ ਬਦਲ ਲਿਆ, ਤੁਸੀਂ ਜਿਹੜਾ ਕਹਿੰਦੇ ਸੀ ਨਾ ਤੁਸੀਂ ਵਿਦੇਸ਼ੀ ਰੱਬ ਲੱਭ ਲਿਆ, ਅੱਜ ਉਹਨਾਂ ਲੋਕਾਂ ਨੂੰ ਸ਼ਰਮਿੰਦਾ ਕਰਨ ਦੇ ਲਈ ਸਾਡੇ ਕੋਲ ਆ ਵਚਨ ਆ। ਇਹ ਵਚਨ ਦੀ ਕੱਲੀ ਗੱਲ ਲਿਖੀ ਹੋਈ ਆ, ਤੇ ਉਹ ਨਾਲ ਕੀ ਹੋ ਰਹੀ ਹੈ ਭਲਾ? ਪੂਰੀ ਹੋ ਰਹੀ। ਕਹਿੰਦੇ ਜੀ ਉਹਨਾਂ ਨੇ ਹੁਣ ਯਹੂਦੀਆਂ ਨੇ ਗੁੱਸੇ 'ਚ ਆ ਕੇ ਨਾ, ਤੇ ਉਹ ਜਿਹੜੀ ਮਸਜਿਦ ਆ ਉਹ ਢਾਹ ਦੇਣੀ ਆ। ਹੁਣ ਕੀ ਕਹਿੰਦੇ ਭਲਾ? ਹੁਣ ਕਹਿੰਦੇ ਉਹਨਾਂ ਨੇ ਢਾਹ ਦੇਣੀ, ਕਿਉਂਕਿ ਹੁਣ ਪੰਗਾ ਪੈ ਗਿਆ, ਤੇ ਹੁਣ ਢਾਹ ਦੇਣੀ ਆ। ਮੇਰੇ ਕੋਲੋਂ ਲਿਖਾ ਲਓ, ਗਰੰਟੀ ਆ ਉਹ ਮਸਜਿਦ ਨਹੀਂ ਢੱਠੂਗੀ। ਤੁਹਾਨੂੰ ਪਤਾ ਮੈਂ ਪੁਲਪਟ ਤੇ ਖੜੇ ਹੋ ਕੇ ਦੱਸਿਆ ਸੀਗਾ ਵੀ ਰਾਮ ਮੰਦਿਰ ਬਣਨਾ, ਜਦ ਕਿ ਇੰਨੇ ਕੌਨਫੀਡੈਂਸ ਨਾਲ ਰਾਮਚੰਦਰ ਜੀ ਨੂੰ ਮੰਨਣ ਵਾਲੇ ਲੋਕਾਂ ਨੇ ਨਹੀਂ ਸੀ ਕਿਹਾ ਵੀ ਰਾਮ ਮੰਦਿਰ ਬਣਨਾ, ਪਰ ਅਸੀਂ ਕੀ ਕਿਹਾ ਸੀ ਭਲਾ? ਬਣਨਾ। ਸਾਨੂੰ ਪਤਾ ਹੈ ਕਿਹੜੇ ਸਮੇਂ ਤੇ ਕਿਹੜਾ ਕੰਮ ਹੋਣਾ, ਸਾਨੂੰ ਪਤਾ, ਕਿਉਂਕਿ ਇਹਦੇ ਵਿੱਚ ਲਿਖਿਆ ਹੋਇਆ। ਇਹਦੇ 'ਚ ਇਹ ਨਹੀਂ ਲਿਖਿਆ ਰਾਮ ਮੰਦਿਰ ਬਣਨਾ ਆ, ਪਰ ਇਹਦੇ ਵਿੱਚ ਇਹ ਚੀਜ਼ਾਂ ਦਾ ਬਣਨਾ ਆ, ਇਹ ਲਿਖਿਆ ਹੈ। ਉਹ ਡਾਇਰੈਕਟ ਲਿਖਿਆ ਤੇ ਭਾਵੇਂ ਇਨਡਾਇਰੈਕਟ ਲਿਖਿਆ, ਪਰ ਲਿਖਿਆ ਗਿਆ ਆ। ਉਸੇ ਤਰ੍ਹਾਂ ਉਹ ਮਸਜਿਦ ਨਹੀਂ ਢੱਠਣੀ, ਉਹ ਮਸਜਿਦ ਦੇ ਢੱਠਣ ਦਾ ਵੀ ਇੱਕ ਵੇਲਾ ਆ। ਤੇ ਇਸ ਕਰਕੇ ਹੁਣ ਕੋਈ ਭਵਿੱਖਬਾਣੀ ਕਰੇ ਤੇ ਉਹਦੀ ਭਵਿੱਖਬਾਣੀ ਕੀ ਹੋਗੀ ਭਲਾ? ਝੂਠੀ ਹੋਗੀ। ਉਸ ਮਸਜਿਦ ਦੇ ਢੱਠਣ ਦਾ ਵੀ ਇੱਕ ਵੇਲਾ ਆ, ਤੇ ਉਸ ਜਗ੍ਹਾ ਦੇ ਉੱਤੇ ਉਸੇ ਮੰਦਿਰ ਦੀ ਦੁਆਰਾ ਉਸਾਰੀ ਹੋਣ ਦਾ ਵੀ ਇੱਕ ਵੇਲਾ ਆ। ਨਾ ਵੇਲੇ ਤੋਂ 1 ਮਿੰਟ ਪਹਿਲਾਂ ਹੋਣਾ, ਤੇ ਨਾ ਵੇਲੇ ਤੋਂ 1 ਮਿੰਟ ਬਾਅਦ 'ਚ ਹੋਣਾ ਆ। ਔਰ ਉਸ ਮਸਜਿਦ ਨੂੰ ਕਿਸੇ ਇਨਸਾਨ ਨੇ ਨਹੀਂ ਢਾਉਣਾ, ਖੁਦ ਖੁਦਾ ਦੇ ਕਹਿਰ ਨੇ ਉਸ ਮਸਜਿਦ ਨੂੰ ਢਾਉਣਾ ਹੈ। ਇਹ ਗੱਲ ਨੂੰ ਧਿਆਨ ਰੱਖਿਓ ਸਰ, ਕਿ ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ,
ਕੋਈ ਝੂਠੀਆਂ ਭਿਸ਼ਵਾਣੀਆਂ ਕਰਕੇ ਤੁਹਾਨੂੰ ਗੁੰਮਰਾਹ ਨਾ ਕਰੇ। ਇਸ ਕਰਕੇ ਅਸੀਂ ਕੀ ਕਰਨਾ ਹੈ, ਸਾਡੇ ਲਈ ਕੰਮ ਕੀ ਹੈ ਭਲਾ, ਅਸੀਂ ਆਪਣੀ ਖਰਾਈ ਨੂੰ ਫੜ ਕੇ ਰੱਖਣਾ ਹੈ। ਤੇ ਜੇ ਅਸੀਂ ਆਪਣੀ ਖਰਾਈ ਨੂੰ ਫੜ ਕੇ ਰੱਖਾਂਗੇ, ਇਹ ਗਰੰਟੀ ਆ, ਵਚਨ 'ਚ ਲਿਖ ਕੇ ਦਿੱਤਾ ਆ, ਕੌਣ ਤੇਰੇ ਘਰ ਦੇ ਵਿੱਚ ਵਸੂਗਾ, ਉਹੀ ਜਿਹੜਾ ਖਰਾਈ ਦੇ ਨਾਲ ਚੱਲਦਾ। ਸਾਡਾ ਕੰਮ ਹੁਣ ਕੀ ਰਹਿ ਗਿਆ ਭਲਾ, ਅਸੀਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਕੀ ਕਰੀਏ ਭਲਾ, ਖਰਾਈ ਦੇ ਨਾਲ ਚੱਲੀਏ। ਅਸੀਂ ਰੱਬ ਨਹੀਂ ਬਣ ਸਕਦੇ ਅਜੇ, ਪਰ ਅਸੀਂ ਰੱਬ ਬਣਨ ਦੇ ਲਈ ਬੁਲਾਏ ਗਏ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਰੱਬ ਬਣ ਨਹੀਂ ਸਕਦੇ, ਪਰ ਬੁਲਾਏ ਵੀ ਉਸ ਤੋਂ ਘੱਟ ਨਹੀਂ ਗਏ। ਰੱਬ ਬਣਨ ਦੇ ਵਾਸਤੇ ਉਹਦਾ ਬਦਨ ਕੀ ਹੈ ਭਲਾ, ਰੱਬ ਦਾ ਬਦਨ ਜਦੋਂ ਬਣਨ ਵਾਸਤੇ ਬੁਲਾਏ ਗਏ, ਤੇ ਕੀ ਆ ਅਸੀਂ ਭਲਾ, ਅਸੀਂ ਰੱਬ ਦੇ ਅੰਗ ਆ। ਤੇ ਕੀ ਆ ਫਿਰ, ਆ ਅੰਗ ਕਿਹਦਾ ਆ, ਉਂਗਲੀ ਇਕਬਾਲ ਗਿੱਲ ਦੀ ਆ ਨਾ। ਤੇ ਫਿਰ ਜਦੋਂ ਇਕਬਾਲ ਗਿੱਲ ਇਸ ਉਂਗਲੀ 'ਚ ਜਾ ਕੇ ਫਿੱਟ ਹੋਇਆ, ਤੇ ਕੀ ਹੈ ਭਲਾ, ਰੱਬ ਨਹੀਂ ਤੇ ਹੋਰ ਕੀ ਹੈ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਣਾ। ਔਰ ਜਦੋਂ ਪਰਮੇਸ਼ਰ ਨੇ ਸਾਨੂੰ ਐਡਾ ਜ਼ਬਰਦਸਤ ਮੌਕਾ ਦਿੱਤਾ ਦੁਨੀਆ ਦੀਆਂ ਸਾਰੀਆਂ ਕੌਮਾਂ ਦੇ ਵਿੱਚੋਂ ਚੁਣ ਕੇ, ਤੇ ਫਿਰ ਸਾਨੂੰ ਉਸ ਚੀਜ਼ ਨੂੰ ਸਿੱਧ ਕਰਨ ਦੇ ਲਈ ਸਭ ਤੋਂ ਪਹਿਲਾਂ ਲੋਕਾਂ ਦੇ ਵਿੱਚ ਆਪਣਾ ਨਮੂਨਾ ਪੇਸ਼ ਕਰਨ ਦੀ, ਤੇ ਜਿੱਥੇ ਨਮੂਨਾ ਆਪਣਾ ਪੇਸ਼ ਕਰਨ ਦੀ ਗੱਲ ਆਉਂਦੀ ਹੈ, ਉੱਥੇ ਅਸੀਂ ਬਿਲਕੁਲ ਨਕਾਰਾ ਤੇ ਬਿਲਕੁਲ ਨਿਲ ਸਾਬਤ ਹੋ ਜਾਂਦੇ। ਉਦੋਂ ਲੋਕਾਂ ਨੂੰ ਸਾਡੇ ਉੱਤੇ ਉਂਗਲੀ ਚੁੱਕਣ ਦਾ, ਫਿਰ ਲੋਕੀ ਕਹਿੰਦੇ ਇੱਕ ਤੁਸੀਂ ਵੀ ਸਹਾਈ ਆ ਤੇ ਇੱਕ ਉੱਧਰ ਵੀ ਸਹਾਈ ਆ। ਅਸੀਂ ਵੀ ਕਹਿੰਦੇ ਨਹੀਂ, ਉਹ ਸਹਾਈ ਹੈ ਜੀ, ਅਸੀਂ ਨਹੀਂ ਗੇ। ਤੇ ਜਿੱਦਣ ਅਸੀਂ ਵੀ ਉਹ ਕੰਮ ਕੀਤਾ, ਉਦੋਂ ਅਸੀਂ ਵੀ ਫਿਰ ਸਹਾਈ ਹੋਵਾਂਗੇ। ਸੋ ਸਮਝਣਾ ਇਸ ਗੱਲ ਨੂੰ, ਕੌਣ ਤੇਰੇ ਘਰ ਦੇ ਵਿੱਚ ਵਸੂਗਾ, ਉਹ ਜਿਹੜਾ ਖਰਾਈ ਦੇ ਨਾਲ ਚੱਲਦਾ। ਅਗਲੀ ਗੱਲ ਕਿਹੜੀ ਆਈ ਹੈ, ਖਰਾਈ ਦੇ ਨਾਲ ਚੱਲਦਾ। ਨੰਬਰ 1 ਤੇ ਕੀ ਆ, ਸਾਡਾ ਜੀਵਨ ਕਾਹਦੇ ਨਾਲ ਚੱਲਣਾ ਪੈਣਾ, ਸੱਚਾਈ ਦੇ ਨਾਲ ਚੱਲਣਾ ਹੈ। ਅੱਗੇ ਜਾ ਕੇ ਇਸ ਗੱਲ ਨੂੰ ਖੋਲਾਂਗੇ, ਸੱਚਾਈ ਹੈ ਕੀ ਹੈ ਜਿਹਦੇ ਨਾਲ ਅਸੀਂ ਚੱਲਣਾ ਹੈ। ਕਾਹਦੇ ਨਾਲ ਚੱਲਣਾ ਭਲਾ, ਸਾਡਾ ਜੀਵਨ ਕਿਹਦੇ ਨਾਲ ਚੱਲਣਾ, ਸੱਚਾਈ ਦੇ ਨਾਲ ਚੱਲਣਾ। ਤੇ ਕੰਮ ਕਿਹੜੇ ਹੋਣੇ ਚਾਹੀਦੇ ਭਲਾ, ਧਰਮ ਦੇ ਕੰਮ ਹੋਣੇ ਚਾਹੀਦੇ। ਜਿਹੜਾ ਸੱਚਾਈ ਦੇ ਨਾਲ ਚੱਲਦਾ ਤੇ ਧਰਮ ਦੇ ਕੰਮ ਕਰਦਾ ਆ, ਉਹ ਉਹਦੇ ਘਰ ਦੇ ਵਿੱਚ ਵਸੂਗਾ। ਇਸ ਤੋਂ ਘੱਟ ਕੋਈ ਸ਼ਰਤ ਹੈਗੀ ਨਹੀਂ ਹੈ। ਤੇ ਹੁਣ ਜਿਹੜੇ ਦਾਅਵਾ ਕਰਦੇ ਨੇ ਅਸੀਂ ਕ੍ਰਿਸਚਨ ਆ, ਤੇ ਮਤਲਬ ਅਸੀਂ ਇੱਕ ਚੁਣੀ ਹੋਈ ਕੌਮ ਆ, ਉਹ ਆਪਣੀ ਜ਼ਿੰਦਗੀ ਤੇ ਗੌਰ ਕਰ ਲੈਣ ਕਿ ਅਸੀਂ ਸੱਚਾਈ ਨਾਲ ਚੱਲ ਰਹੇ ਹਾਂ, ਕੀ ਅਸੀਂ ਧਰਮ ਦੇ ਕੰਮ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਹਾਂ। ਜੀ ਅੱਗੇ, ਕਾਹਦੇ ਨਾਲ ਸੱਚ ਬੋਲਦਾ ਭਲਾ, ਕਾਹਦੇ ਬੋਲੋ, ਕਾਹਦੇ ਨਾਲ ਸੱਚ ਬੋਲਦਾ, ਕਾਹਦੇ ਨਾਲ ਸੱਚ ਬੋਲਦਾ। ਅੱਗੇ ਜਾ ਕੇ ਅਸੀਂ ਇੱਕ ਗੱਲ ਨੂੰ ਸਿੱਖਾਂਗੇ, ਔਰ ਇਹ ਵੀ ਖੁਦਾ ਨੇ ਅੱਜ ਮੇਰੇ ਉੱਤੇ ਪ੍ਰਗਟ ਕੀਤੀ ਹੈ, ਔਰ ਮੈਂ ਖੁਦਾ ਦੇ ਹਜ਼ੂਰ ਮਾਫੀ ਮੰਗੀ ਹੈ, ਕਿਉਂਕਿ ਅਸੀਂ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਸਾਡੇ ਕੋਲ ਕੀ ਹੋ ਜਾਂਦਾ ਭਲਾ, ਝੂਠ ਬੋਲਿਆ ਜਾਂਦਾ। ਕੀ ਹੋ ਜਾਂਦਾ ਭਲਾ, ਕਈ ਵਾਰੀ ਕੋਈ ਵਜ੍ਹਾ ਇਦਾਂ ਦੀ ਹੁੰਦੀ ਵੀ ਜਿੱਥੇ ਉਹ ਸਰਦਾ ਹੀ ਨਿਗਾ, ਤੇ ਤੁਹਾਡੇ ਕੋਲ ਮਤਲਬ ਨਾ ਚਾਹੁੰਦੇ ਹਾਂ ਵੀ ਕੀ ਹੋ ਜਾਂਦਾ ਭਲਾ। ਯਾਦ ਰੱਖੋ, ਜਿਹਦੇ ਵਿੱਚ ਮਸੀਹ ਦਾ ਆਤਮਾ ਅਗਰ ਉਹ ਝੂਠ ਬੋਲਦਾ ਹੈ, ਉਹਦਾ ਮਸੀਹ ਦੇ ਨਾਲ ਕੋਈ ਸੰਬੰਧ ਨਹੀਂ। ਪੱਲੇ ਬੰਨ ਲਿਓ। ਇਸ ਕਰਕੇ ਮੌਤ ਆਉਂਦੀ ਤੇ ਆ ਜਾਵੇ, ਕਿਸੇ ਦੇ ਨਾਲ ਝੂਠ ਬੋਲਣਾ। ਜੇ ਅੱਜ ਤੁਸੀਂ ਬੱਚੇ ਨੂੰ ਸਿੱਖਣਾ, ਵਾਕਈ ਸਿੱਖਣ ਲਈ ਬੈਠੇ ਹੋ, ਤੇ ਫਿਰ ਅੱਜ ਕੀ ਗੱਲ ਹੋ ਭਲਾ, ਧੌਣ ਲੱਥ ਦੀ ਲੱਥ ਜਾਵੇ। ਕਿਸੇ ਦੀ ਨਜ਼ਰ 'ਚ ਡਿੱਗਣਾ ਪੈਂਦਾ ਤੇ ਡਿੱਗ ਜਾਓ, ਪਰ ਕੀ ਬੋਲੋ, ਸੱਚ ਬੋਲੋ। ਕਿਉਂ ਭਲਾ, ਅੱਗੇ ਜਾ ਕੇ ਅਸੀਂ ਸਿੱਖਾਂਗੇ ਕਿ ਸੱਚ ਬੋਲਣਾ ਕਿਉਂ ਜ਼ਰੂਰੀ ਆ, ਔਰ ਇੱਕ ਮਸੀਹੀ ਬੰਦਾ ਝੂਠ ਬੋਲ ਨਹੀਂ ਸਕਦਾ। ਔਰ ਮੈਂ ਅੱਗੇ ਜਾ ਕੇ ਇੱਕ ਹੋਰ ਚੀਜ਼ ਸਿੱਖਾਂਗੇ ਕਿ ਇਹ ਪਰਮੇਸ਼ਰ ਦਾ ਰਹਿਮ ਆ, ਕਿ ਪਰਮੇਸ਼ਰ ਸਾਨੂੰ ਕੀ ਦੇ ਰਿਹਾ ਭਲਾ, ਮੌਕਾ ਦੇ ਰਿਹਾ। ਅੱਜ ਦਾ ਦਿਨ ਉਹਨੇ ਸਾਡੀ ਜ਼ਿੰਦਗੀ 'ਚ ਬਖਸ਼ਿਆ ਕਿ ਅਸੀਂ ਇਹਨਾਂ ਗੱਲਾਂ ਨੂੰ ਕੀ ਕਰੀਏ ਭਲਾ। ਤੇ ਇਹਦੇ ਵਿੱਚ ਸਾਨੂੰ ਹੁਣ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਗੀ, ਬਲਕਿ ਇਸ ਚੀਜ਼ ਦੇ ਵਿੱਚ ਸਾਨੂੰ ਹੌਸਲਾ ਹੋਣਾ ਚਾਹੀਦਾ ਕਿ ਮੇਰੇ 'ਚ ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਹੀ ਪਰਮੇਸ਼ਰ ਨੇ ਅੱਜ ਤੱਕ ਮੈਨੂੰ ਜਿਉਂਦਾ ਰੱਖਿਆ। ਤੇ ਜੇ ਉਹਨੇ ਮੈਨੂੰ ਜਿਉਂਦਾ ਰੱਖਿਆ ਤੇ ਅੱਜ ਦਾ ਦਿਨ ਦਿੱਤਾ ਆ, ਤੇ ਫਿਰ ਹੁਣ ਮੈਂ ਅੱਜ ਤੋਂ ਬਾਅਦ ਇਹ ਕਰਮ ਕਰਾਂਗਾ, ਅੱਜ ਤੋਂ ਬਾਅਦ ਨਹੀਂ ਕਰਾਂਗਾ। ਕੀ ਹੋ ਜਾਊਗਾ, ਮੰਨ ਕੇ ਚੱਲੋ ਸਾਡੇ ਨਾਲ ਕੋਈ ਬੰਦਾ ਗੱਲ ਕਰਦਾ, ਉਹ ਕਹਿੰਦਾ ਹਾਂਜੀ ਤੁਸੀਂ ਪਤਾ ਲੱਗਿਆ ਤੁਸੀਂ ਮੇਰੇ ਬਾਰੇ ਆਹ ਗੱਲ ਕਹੀ ਸੀ, ਉਹਨੂੰ ਕਹੋ ਹਾਂਜੀ ਕਹੀ ਸੀ। ਜਾਂ ਤੇ ਤੁਸੀਂ ਗੱਲ ਕਹਿਣ ਦੀ ਜੁਰਤ ਨਾ ਕਰੋ, ਤੇ ਜੇ ਕਹਿੰਦੇ ਤਾਂ ਫਿਰ ਸਾਫ਼ ਕੀ ਕਰੋ ਭਲਾ, ਮੂੰਹ ਦੇ ਉੱਤੇ ਮੰਨੋ ਹਾਂ ਮੈਂ ਕਿਹਾ ਸੀ। ਜਦੋਂ ਸਾਡੇ 'ਚ ਇੰਨਾ ਹੌਸਲਾ ਹੋਊਗਾ ਨਾ, ਤੇ ਫਿਰ ਝੂਠ ਜਿਹੜਾ ਉਹ ਸਾਡੇ ਤੋਂ ਦਰ ਕਿੰਨਾ ਦੂਰ ਹੀ ਹੁੰਦਾ ਜਾਊਗਾ। ਬਿਲਕੁਲ ਠੀਕ ਹੈ, ਉਹਦਾ ਸਾਡੇ ਨਾਲ ਕੋਈ ਵਾਸਤਾ ਰਹੂਗਾ। ਨੰਬਰ 1 ਕੀ ਹੈ ਭਲਾ, ਖਰਾਈ ਦੇ ਨਾਲ ਚੱਲਣਾ। ਨੰਬਰ 2 ਧਰਮ ਦੇ ਕੰਮ ਕਰਦਾ। ਨੰਬਰ 3 ਹਿਰਦੇ ਦੇ ਨਾਲ ਕੀ ਬੋਲਦਾ ਭਲਾ, ਜਿਹੜਾ ਹਿਰਦੇ ਦੇ ਨਾਲ ਦਿਲੋਂ ਸੱਚ ਬੋਲਦਾ ਆ, ਉਹ ਉਹਦੇ ਘਰ ਦੇ ਵਿੱਚ ਵਸੂਗਾ। ਇਸ ਤੋਂ ਘੱਟ ਸੌਦਾ ਹੈਗਾ, ਇਸ ਤੋਂ ਘੱਟ ਦਾ ਸੌਦਾ ਕੋਈ ਵੀ ਨਹੀਂ ਆ। ਉਸ ਤੋਂ ਬਾਅਦ 13 ਵਰਸ ਪੜਾਂਗੇ, 3 ਵਰਸ ਪੜਾਂਗੇ, 5 ਤੇ 3। ਜੋ ਆਪਣੀ ਜੀਭ ਸੇ ਨਿੰਦਾ ਨਹੀਂ ਕਰਦਾ, ਕੀ ਕਰਦਾ ਭਲਾ, ਜੀਭ ਦੇ ਨਾਲ। ਚਲੋ ਜੀ, ਹੁਣ ਦੇਖੋ ਭਲਾ ਅਸੀਂ ਘਰ 'ਚ ਵਸਣ ਦੇ ਲਾਇਕ ਹੈਗੇ ਆ? ਹਾਂਜੀ, ਆਪਣੇ ਆਪਣੇ ਦਿਲ ਦੇ ਉੱਤੇ ਹੱਥ ਰੱਖੀਏ ਤੇ ਮੰਨੀਏ ਕਿ ਵਚਨ ਜਿਹੜਾ ਨਾ, ਜਿਨ੍ਹਾਂ ਨੇ ਉਹਦੇ ਘਰ 'ਚ ਵਸਣਾ, ਉਹਨਾਂ ਦੇ ਲਈ ਵਚਨ ਖੁੱਲ੍ਹ ਕੇ ਦੱਸਦਾ ਪਿਆ ਆ
ਖਰਾਈ ਦੇ ਨਾਲ ਚੱਲਣ ਵਾਲਾ ਹੋਣਾ ਚਾਹੀਦਾ, ਧਰਮ ਦੇ ਕੰਮ ਕਰਨ ਵਾਲਾ ਹੋਣਾ ਚਾਹੀਦਾ ਆ, ਦਿਲੋਂ ਸੱਚ ਬੋਲਣ ਵਾਲਾ ਹੋਣਾ ਚਾਹੀਦਾ ਆ। ਤੇ ਅਗਲੀ ਗੱਲ ਕੀ ਆ, ਉਹਦੀ ਜੀਭ ਕਿਸੇ ਦੀ ਨਿੰਦਾ ਕਰਨ ਵਾਲੀ ਨਾ ਹੋਵੇ। ਕੀ ਨਾ ਹੋਵੇ ਭਲਾ? ਜੀਵ ਨਿੰਦਾ ਕਰਨ ਵਾਲੀ। ਤੇ ਮੈਂ ਤੇ ਇੱਥੋਂ ਨਿਕਲਣਾ, ਤੁਸੀਂ ਆਪ ਹੀ ਕਹਿਣਾ ਪਾਸਟਰ ਜੀ ਨੇ ਅੱਜ ਜ਼ਿਆਦਾ ਕਲਾਸ ਹੀ ਲਾਤੀ। ਕੀ ਹੋ ਗਈ ਭਲਾ? ਇਹ ਹੋ ਗਈ ਕਿ ਇਹ ਕੀ ਹੋਈ ਭਲਾ? ਇਹ ਹੋ ਗਈ ਨਿੰਦਾ। ਗੱਲਾਂ ਤੇ ਠੀਕ ਸੀਗੀਆਂ ਪਰ ਕੁਝ ਗੱਲਾਂ ਸਖਤੀ ਨਾਲ ਕਹਿ ਗਏ। ਕੀ ਹੋ ਗਈ ਭਲਾ? ਅਸੀਂ ਤਾਂ ਸੋਚਦੇ ਨੇ ਪ੍ਰੇਮ ਪਿਆਰ ਦਿਖਾਉਣ, ਪਰ ਦਿਖਾਉਂਦੇ ਨਹੀਂ। ਕੀ ਹੋ ਗਈ ਭਲਾ? ਨਿੰਦਾ ਹੋ ਗਈ ਹੈ ਨਾ। ਇਹ ਕੀ ਹੈ ਭਲਾ? ਇਹ ਸਾਰੀਆਂ ਚੀਜ਼ਾਂ ਕਾਚ ਆਉਂਦੀਆਂ ਭਲਾ? ਨਿੰਦਾ ਦੇ ਵਿੱਚ ਆਉਂਦੀਆਂ। ਇੱਕ ਤੇ ਨਿੰਦਾ ਕਰਨੀ ਆ, ਨਿੰਦਾ ਕਰਨੀ ਉਨੀ ਖਤਰਨਾਕ ਨਹੀਂ ਹੈ ਜਿੰਨੀ ਨਿੰਦਾ ਨੂੰ ਸੁਣਨਾ ਆ। ਇੱਕ ਗੱਲ ਪੱਲੇ ਬੰਨ ਲਓ, ਕਿਸੇ ਦੀ ਨਿੰਦਾ ਕਰਨੀ ਉਨੀ ਖਤਰਨਾਕ ਨਹੀਂ ਆ ਜਿੰਨੀ ਨਿੰਦਾ ਕਿਸੇ ਦੀ ਸੁਣਨੀ ਆ। ਇਸ ਕਰਕੇ ਲਿਖਿਆ ਚੁਗਲਖੋਰ ਉਹਦੇ ਮੂੰਹ ਤੇ ਡਾਂਟ ਦੇ ਤਾਂ ਕਿ ਦੁਬਾਰਾ ਚੁਗਲੀ। ਤੇ ਜੇ ਅਸੀਂ ਉਹਦੀ ਚੁਗਲੀਆਂ ਦਾ ਸਵਾਦ ਲੈਣਾ ਸ਼ੁਰੂ ਕੀਤਾ ਤੇ ਫਿਰ ਉਹਨੂੰ ਆਦਤ ਪਊਗੀ। ਉਹ ਬ੍ਰੇਕਫਾਸਟ ਬਾਅਦ ਚ ਕਰੂਗਾ, ਪਹਿਲਾਂ ਤੁਹਾਡੇ ਘਰ ਆ ਕੇ ਕੀ ਕਰੂਗਾ? ਕਿਉਂਕਿ ਉਨੀ ਦੇਰ ਤੱਕ ਉਹਨੂੰ ਬ੍ਰੇਕਫਾਸਟ ਹਜਮ ਨਹੀਂ ਹੋਣਾ ਜਿੰਨੀ ਦੇਰ ਤੱਕ ਉਹਨੇ ਚੁਗਲੀ ਵਾਲਾ ਕੰਮ ਕੀਤਾ ਨਹੀਂ। ਤੇ ਬੱਚੇ ਕੀ ਕਹਿੰਦਾ, ਉਹਦੇ ਘਰ 'ਚ ਕੌਣ ਵਸੂਗਾ? ਜਿਹਦੀ ਜੀਭ ਕਿਸੇ ਦੀ ਨਿੰਦਾ, ਤੇ ਜਿਹੜੀ ਜੀਭ ਨਿੰਦਾ ਕਰਦੀ ਆ ਉਹਦੇ ਘਰ ਦੇ ਵਿੱਚ ਵਸਣ ਦੇ ਲਾਇਕ। ਉਹ ਪੱਲੇ ਬੰਨ ਲਿਓ, ਘਰ ਦੀਆਂ ਦੀਵਾਰਾਂ ਤੇ ਲਿਖ ਲਿਓ, ਜੇ ਮੇਰੀ ਜੀਭ ਕਿਸੇ ਦੀ ਨਿੰਦਾ ਕਰਦੀ ਆ ਤੇ ਫਿਰ ਕੀ ਆ, ਮੈਂ ਉਹਦੇ ਘਰ ਦੇ ਵਿੱਚ ਵਸਣ ਦੇ ਲਾਇਕ ਨਹੀਂ ਹੈ। ਕਿਉਂ ਭਲਾ? ਉਹਨੇ ਆਪਣੀ ਨਿੰਦਾ ਕਰਨ ਵਾਲਿਆਂ ਦੇ ਲਈ ਕੀ ਕਿਹਾ ਸੀ? ਬੋਲੋ। ਜਿਹੜੇ ਸਲੀਬ ਦੇ ਉੱਤੇ ਲਟਕਿਆ ਹੋਇਆ, ਆਪਾਂ ਤੇ ਜਿਹੜੇ ਫੋਟੋ ਦੇ ਤੇ ਪ੍ਰਭੂ ਯਿਸੂ ਮਸੀਹ ਦੇ ਨੇ ਆਪਾਂ ਬਲੀਵ ਕਰਦੇ ਆ। ਕਿਸੇ ਨੇ ਕਹਤਾ ਉਹ ਚੱਪਲ ਬਣਾਈ ਹੋਈ ਉੱਤੇ ਪ੍ਰਭੂ ਯਿਸੂ ਮਸੀਹ ਦੀ ਫੋਟੋ ਲਾਈ ਆ ਤੇ ਕਹਿੰਦੇ ਵੀ ਤੁਸੀਂ ਵੀ ਵੀਡੀਓ ਪਾਓ। ਮੈਂ ਕਿਹਾ ਮੈਂ ਨਹੀਂ ਪਾ ਸਕਦਾ। ਕਹਿੰਦੇ ਕਿਉਂ? ਕਿ ਮੈਂ ਕਿਹਾ ਮੈਨੂੰ ਪਤਾ ਪ੍ਰਭੂ ਯਿਸੂ ਮਸੀਹ ਦੀ ਫੋਟੋ ਨਹੀਂ। ਤੇ ਜੇ ਮੈਂ ਮੰਨਦਾ ਵੀ ਚੱਪਲ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੀ ਫੋਟੋ, ਇਹਦਾ ਮਤਲਬ ਮੈਂ ਵੀ ਆਈਡਲ ਵਰਸ਼ਿਪਰ ਨਹੀਂ ਆ ਫਿਰ, ਹਨਾ। ਮੈਂ ਫਿਰ ਮੂਰਤੀ ਦੇ ਵਿੱਚ ਕੀ ਕਰਦਾ ਭਲਾ? ਵਿਸ਼ਵਾਸ ਕਰਦਾ। ਮੈਂ ਤਾਂ ਮੰਨਦਾ ਨਹੀਂ, ਮੈਨੂੰ ਪਤਾ ਨਹੀਂ ਕਿਹਦੀ ਫੋਟੋ ਆ। ਸਾਨੂੰ ਤੇ ਫੋਟੋ ਦਿਖਾਇਆ ਵੀ ਇਦਾਂ ਦਾ ਸੀਗਾ, ਉਦਾਂ ਤਾਂ ਹੈ ਹੀ ਨਹੀਂ ਸੀ। ਜਿੱਦਾਂ ਦਾ ਫੋਟੋ ਦਿਖਾਇਆ ਗਿਆ ਉਦਾਂ ਦਾ ਉਹ ਹੈ ਹੀ ਨਹੀਂ ਸੀ। ਤੇ ਦੂਸਰੀ ਗੱਲ, ਅਸੀਂ ਉਹਦੀ ਫੋਟੋ ਨੂੰ ਮੰਨਦੇ ਹੀ ਨਹੀਂ। ਤੇ ਜਦੋਂ ਅਸੀਂ ਮੰਨਦੇ ਨਹੀਂ, ਉਹਦੀ ਚੱਪਲ ਦੇ ਉੱਪਰ ਬਣਾਓ ਭਾਵੇਂ ਚੱਪਲ ਦੇ ਥੱਲੇ ਬਣਾਓ, ਸਾਨੂੰ ਕੋਈ ਲੈਣਾ ਦੇਣਾ। ਤੇ ਜਿਹੜੇ ਫਿਰ ਮੂਰਤੀ ਪੂਜਾ 'ਚ ਵਿਸ਼ਵਾਸ ਕਰਦੇ ਆ, ਇਹਦਾ ਮਤਲਬ ਫਿਰ ਉਹ ਵਚਨ ਨੂੰ ਪੂਰਾ ਕਰਦੇ ਹੀ ਨਹੀਂ। ਸੋ ਇਹ ਸਾਰਾ ਕੁਛ ਉਹਨਾਂ ਦੂਜੇ ਆਕਾਸ਼ ਦੀਆਂ ਸ਼ਕਤੀਆਂ ਆ, ਸਾਨੂੰ ਸਾਡੇ ਈਮਾਨ ਤੋਂ ਗਿਰਾਉਣ ਦੇ ਲਈ ਇਹ ਸਾਰਾ ਕੰਮ ਜਿਹੜਾ ਉਹ ਕਰਦੀਆਂ ਆ। ਤੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਕੀ ਰੱਖਣਾ ਭਲਾ? ਧਿਆਨ ਰੱਖਣਾ ਹੈ। ਤੇ ਜੇ ਅਸੀਂ ਧਿਆਨ ਰੱਖਾਂਗੇ ਤੇ ਫਿਰ ਅਸੀਂ ਆਪਣੀ ਖਰਾਈ ਦੇ ਵਿੱਚ ਵੱਧਦੇ ਜਾਵਾਂਗੇ, ਮਜ਼ਬੂਤ ਹੁੰਦੇ ਜਾਵਾਂਗੇ। ਸੋ ਅਸੀਂ ਇਹਨਾਂ ਚੀਜ਼ਾਂ ਤੋਂ ਕੀ ਕਰਨਾ ਭਲਾ? ਬਚਣਾ ਆ। ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਅਸੀਂ ਜਿਸ ਚੀਜ਼ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਤੇ ਉਹਦੇ ਨਾਲ ਮਤਲਬ ਹੀ ਸਾਡਾ ਕੋਈ ਵੀ ਨਹੀਂ ਹੋਣਾ ਚਾਹੀਦਾ। ਸੋ ਕੀ ਲਿਖਿਆ? ਨੰਬਰ 1 ਤੇ ਇਹ ਆ, ਉਹਦੀ ਜੀਭ ਨਿੰਦਾ ਕਰਨ ਵਾਲੀ ਹੋ ਜਾਏ। ਔਰ ਨਾ ਆਪਣੇ ਮਿੱਤਰ ਕੀ ਬੁਰਾਈ ਕਰਤਾ ਹੈ। ਕੀ ਕਰਤਾ ਭਲਾ? ਨਾ ਆਪਣੇ ਮਿੱਤਰ ਕੀ ਬੁਰਾਈ ਕਰਤਾ। ਤੇ ਅੱਜ ਕੱਲ ਤੇ ਫੈਸ਼ਨ ਹੀ ਚੱਲਿਆ ਹੋਇਆ, 4 ਮਿੱਤਰਾਂ ਨੇ ਬਹਿਣਾ ਹੈ, ਇੱਕ ਮਿੱਤਰ ਨੇ ਬਾਥਰੂਮ ਜਾਣਾ ਤੇ ਬਾਅਦ 3 ਮਿੱਤਰਾਂ ਨੇ ਕੀ ਕਰਨੀ ਭਲਾ? ਜਦੋਂ ਉਹਨੇ ਆਣਾ ਉਦੋਂ ਕਹਿੰਦਾ ਤੇਰੇ ਵਰਗਾ ਤੇ ਮਿੱਤਰ ਹੀ ਹੈ ਨਹੀਂ, ਤੇ ਮਗਰੋਂ ਕੀ ਕਰਨੀ ਭਲਾ? ਮਗਰੋਂ ਵੀ ਚੁਗਲੀ ਕਰਨੀ ਆ। ਉਸੇ ਵਕਤ ਹੀ ਟਾਈਮ ਨਹੀਂ ਵਿੱਚ ਪੈਣਾ। ਜਦੋਂ ਮੈਨੂੰ ਪਤਾ, ਜਦੋਂ ਅਸੀਂ ਮਹਿਫਲਾਂ ਲਾਉਂਦੇ ਹੁੰਦੇ ਸੀ ਤੇ ਸਾਡੇ ਪਿੱਛੇ ਤਾਂ ਗੱਲਾਂ ਹੁੰਦੀਆਂ ਨੇ, ਬਾਅਦ ਚ ਸਾਡੇ ਕੋਈ ਖਾਸ ਬੰਦੇ ਫਿਰ ਦੱਸ ਵੀ ਦਿੰਦੇ ਹੁੰਦੇ ਸੀ। ਉਹ ਜਦੋਂ ਅਸੀਂ ਤਾਂ ਬਿਠਾਉਣੀ ਨਾ ਮਹਿਫਲ ਤੇ ਹਜ਼ਾਰਾਂ ਰੁਪਏ ਖਰਚ ਕਰਨੇ ਆ ਤੇ ਅਗਲਿਆਂ ਨੇ ਸਿੱਧਾ ਕਹਿਣਾ ਉਹ ਹੱਕ ਦੀ ਥੋੜ੍ਹੀ ਆ, ਹੱਕ ਦਾ ਤੇ ਬੰਦਾ 100 ਨਹੀਂ ਖਰਚਦਾ, ਇਹ ਤੇ ਉੱਪਰ ਦੀਆਂ ਕਮਾਈਆਂ ਤਾਂ ਕਰਕੇ ਲਾ ਦਿੰਦੇ ਸਾਡਾ ਹੀ ਖਾ ਕੇ। ਸਾਡੇ ਬਾਰੇ ਕੀ ਕਹਿਣਾ ਭਲਾ? ਹੱਕ ਦਾ ਤੇ 100 ਰੁਪਈਆ ਖਰਚਣ ਨੂੰ ਦਿਲ ਨਹੀਂ ਕਰਦਾ, ਇਹ ਤੇ ਉੱਪਰੋਂ ਦੀਆਂ ਕਮਾਈਆਂ ਤਾਂ ਕਰਕੇ 1000 2000 3000 ਸ਼ਾਮ ਨੂੰ ਮਹਿਫਲਾਂ ਵਿੱਚ ਲਾ ਛੱਡਦੇ ਆ। ਵਚਨ ਜੀ ਲਿਖਿਆ ਭਲਾ, ਮਿੱਤਰ ਦੀ ਜਿਹੜਾ ਨਿੰਦਾ ਕਰਦਾ ਆ ਉਹ ਸਵਰਗ ਦੀ ਬਾਦਸ਼ਾਹਤ ਦੇ ਵਿੱਚ ਜਾਣ ਦੇ ਕਾਬਲ। ਕਿੰਨੀਆਂ ਚੀਜ਼ਾਂ ਹੋ ਗਈਆਂ ਜੀ? ਨੰਬਰ 1 ਖਰਾਈ ਦੇ ਨਾਲ ਜਿਹੜਾ ਚੱਲਦਾ ਹੈ ਉਹ ਉਹਦੇ ਘਰ ਦੇ ਵਿੱਚ ਵਸੂਗਾ। ਨੰਬਰ 2 ਜਿਹੜਾ ਧਰਮ ਦੇ ਕੰਮ ਕਰਦਾ ਆ ਉਹ ਉਹਦੇ ਘਰ ਦੇ ਵਿੱਚ। ਨੰਬਰ 3 ਜਿਹੜਾ ਦਿਲੋਂ ਸੱਚ ਬੋਲਦਾ ਆ ਉਹ ਉਹਦੇ ਘਰ ਦੇ ਵਿੱਚ। ਨੰਬਰ 4 ਜਿਹੜਾ ਜੀਵ ਦੇ ਨਾਲ ਨਿੰਦਾ ਕਿਸੇ ਦੀ ਨਹੀਂ ਕਰਦਾ ਉਹ ਉਹਦੇ ਘਰ 'ਚ ਵਸੂਗਾ। ਤੇ ਕੰਨ ਦੇ ਨਾਲ ਜਿਹੜਾ ਨਿੰਦਾ ਸੁਣਦਾ ਆ ਉਹ ਵੀ ਨਹੀਂ ਉਹਦੇ ਘਰ 'ਚ ਵਸੂ। ਜਿਹੜਾ ਜੀਵ ਦੇ ਨਾਲ ਨਿੰਦਾ ਕਰਦਾ ਉਹ ਵੀ ਨਹੀਂ ਵਸੂ, ਜਿਹੜਾ ਕੰਨ ਦੇ ਨਾਲ ਸੁਣਦਾ ਆ ਉਹ ਵੀ ਨਹੀਂ ਵਸੂ, ਜਿਹੜਾ ਨਹੀਂ ਕਰਦਾ ਉਹ ਵਸੂਗਾ। ਸੋ ਅੱਗੇ ਅਗਲੀ ਗੱਲ ਕੀ ਆ ਗਈ ਉਸ ਤੋਂ ਬਾਅਦ? ਨਿੰਦਾ ਤੋਂ ਬਾਅਦ
ਔਰ ਨਾ ਆਪਣੇ ਮਿੱਤਰ ਕੀ ਬੁਰਾਈ ਕਰਦਾ ਹੈ। ਤੇ ਜਿਹੜਾ ਮਿੱਤਰ ਦੇ ਨਾਲ ਰਹਿ ਕੇ ਮਿੱਤਰ ਦੇ ਭਾਂਡੇ ਦੇ ਵਿੱਚ ਖਾ ਕੇ ਤੇ ਮਿੱਤਰ ਦੀ ਬੁਰਾਈ ਕਰਦਾ, ਵਚਨ 'ਚ ਲਿਖਿਆ ਸਾਫ਼ ਕਰਕੇ, ਉਹ ਪਰਮੇਸ਼ਵਰ ਦੇ ਘਰ ਦੇ ਵਿੱਚ ਰਹਿਣ ਦੇ ਯੋਗ। ਕਹਿੰਦੇ ਮਸੀਹ ਪ੍ਰੇਮ ਬੜਾ ਕਰਦਾ ਹੈ, ਪਰ ਜਦੋਂ ਤੁਸੀਂ ਆਹ ਵਚਨ ਦੇਖਦੇ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਮਸੀਹ ਤੇ ਹੈ ਹੀ ਬੜਾ ਖਤਰਨਾਕ ਹੈ। ਸਾਨੂੰ ਫਿਰ ਗਲਤ ਸਮਝਾਇਆ ਗਿਆ ਹਨਾ। ਉਹ ਤੇ ਕਿਸੇ ਚੀਜ਼ ਦੀ ਗੁੰਜਾਇਸ਼ ਛੱਡਦਾ। ਕਿਸੇ ਸੇਵਕ ਨੇ ਬੜਾ ਜ਼ਬਰਦਸਤ ਕਿਹਾ ਸੀਗਾ, ਦੁਨੀਆ ਵਿੱਚ ਕਹਿੰਦੇ ਸਭ ਤੋਂ ਕਠੋਰ ਅਗਰ ਕੋਈ ਗੁਰੂ ਹੋਇਆ ਤੇ ਉਹ ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਹੈ। ਕਿੰਨਾ ਕਠੋਰ ਸੀ ਭਲਾ। ਕਹਿੰਦਾ ਪ੍ਰਭੂ ਜੀ ਮੈਨੂੰ ਇਜਾਜ਼ਤ ਦਿਓ ਕਿ ਮੈਂ ਆਪਣੇ ਪਿਓ ਨੂੰ ਦਾਬਾਵਾਂ ਤੇ ਫਿਰ ਤੁਹਾਡੇ ਪਿੱਛੇ। ਤੇ ਪ੍ਰਭੂ ਯਿਸੂ ਮਸੀਹ ਦਾ ਜਵਾਬ ਕੀ ਸੀ ਭਲਾ। ਤੇ ਕੌਣ ਚੱਲੂਗਾ ਇਹੋ ਜਿਹੇ ਪ੍ਰਭੂ ਦੇ ਪਿੱਛੇ ਜੀ। ਕੀ ਕਹਿੰਦਾ ਭਲਾ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ, ਤੂੰ ਕੀ ਕਰ ਭਲਾ। ਕੋਈ ਮਸੂਲ ਦੀ ਚੁੰਗੀ ਤੇ ਬੈਠਾ ਕਹਿੰਦਾ ਛੱਡ ਦੇ ਮੇਰੇ ਮਗਰ। ਉਹਦਾ ਕਿਸੇ ਦਾ ਕੰਮ ਛਡਾਤਾ, ਕਿਸੇ ਦੇ ਮੱਛੀਆਂ ਦੇ ਜੋ ਵਿਚਾਰੇ ਉਹ ਜਾਲ ਧੋਂਦੇ ਪਏ ਸੀਗੇ ਉਹਨਾਂ ਨੂੰ ਕੰਮ ਤੋਂ ਛਡਾ ਦਿੱਤਾ। ਇਹ ਕਿੱਦਾਂ ਦਾ ਪ੍ਰਭੂ ਆ ਵੀ। ਅਸੀਂ ਤੇ ਕੰਮ ਪਾਉਣ ਦੇ ਲਈ ਪ੍ਰਭੂ ਨੂੰ ਲੱਭਦੇ ਪਏ ਆ, ਤੇ ਇਹ ਪ੍ਰਭੂ ਕਿੱਦਾਂ ਦਾ ਭਲਾ। ਕਹਿੰਦਾ ਜਿਹੜਾ ਆਪਣਾ ਸਭ ਕੁਝ ਛੱਡ ਕੇ ਮੇਰੇ ਮਗਰ ਨਹੀਂ ਆਉਂਦਾ ਉਹ ਮੇਰੇ ਲਾਇਕ ਹੀ। ਤੇ ਅਸੀਂ ਭਲਾ ਉਹਦੇ ਮਗਰ ਕੱਲ ਹੀ ਲੱਗੇ ਆ ਭਲਾ। ਸਭ ਕੁਝ ਜਿਹੜਾ ਪਾਉਂਦਾ ਆ, ਇਸੇ ਕਰਕੇ ਸਾਡੀਆਂ ਗਵਾਹੀਆਂ ਨਾ। ਸਾਡਾ ਪ੍ਰਭੂ ਆ ਜਿਹੜਾ ਮਾਲਾ ਮਾਲ ਕਰ ਦਿੰਦਾ ਆ। ਤੁਸੀਂ ਤੇ ਕਹਾਵਤਾਂ ਸੁਣੀਆਂ ਹੋਗੇ, ਛੱਤ ਪਾੜ ਕੇ ਦਿੰਦਾ, ਸਾਨੂੰ ਤੇ ਦਿੱਤਾ ਆ। ਇਹ ਫਿਰ ਉਹ ਪ੍ਰਭੂ ਨਹੀਂਗਾ ਜਿਹਦੇ ਬਾਰੇ ਅੱਜ ਅਸੀਂ ਸਿੱਖ ਰਹੇ ਹਾਂ। ਇਹ ਕੋਈ ਦੂਜਾ ਹੀ ਪ੍ਰਭੂ ਲੱਭ ਲਿਆ ਫਿਰ ਤੁਸੀਂ, ਜਿਹੜਾ ਤੁਹਾਨੂੰ ਛੱਤ ਪਾੜ ਕੇ ਦੇ ਰਿਹਾ। ਇਹ ਪ੍ਰਭੂ ਤੇ ਕਹਿੰਦਾ ਆ ਆਪਣਾ ਸਭ ਕੁਝ ਵੇਚ ਤੇ ਮੇਰੇ ਮਗਰ ਆ ਜਾ, ਸਵਰਗ ਦੇ ਵਿੱਚ ਤੈਨੂੰ। ਇੱਥੇ ਤਾਂ ਕੰਮ ਹੀ ਉਲਟਾ ਹੋਣ ਡਿਆ। ਤੇ ਸਾਨੂੰ ਪਤਾ ਨਹੀਂ ਕਿਹੜੀਆਂ ਵਰਸਾਂ ਪੜ੍ਹਾਈਆਂ ਹੋਈਆਂ ਜਿਨ੍ਹਾਂ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਨੂੰ ਬਰਕਤਾਂ ਬੜੀਆਂ ਮਿਲਣੀਆਂ, ਤੁਹਾਨੂੰ ਆਸ਼ੀਸ਼ਾਂ ਬੜੀਆਂ ਮਿਲਣੀਆਂ। ਉਹ ਤੇ ਕਹਿੰਦਾ ਹਰ ਰੋਜ਼ ਜਿਹੜਾ ਸਲੀਬ ਚੁੱਕੂਗਾ ਉਹ ਮੇਰੇ ਲਾਇਕ ਆ। ਜਿਹੜਾ ਆਪਣੇ ਆਪ ਦਾ ਇਨਕਾਰ ਨਹੀਂ ਕਰਦਾ ਉਹ ਮੇਰੇ ਲਾਇਕ ਨਹੀਂ। ਜਿਹੜਾ ਮਾਂ-ਬਾਪ ਨੂੰ ਮੇਰੇ ਤੋਂ ਵੱਧ ਮੁਹੱਬਤ ਕਰਦਾ ਉਹ ਮੇਰੇ ਲਾਇਕ। ਜਿਹੜਾ ਪਤਨੀ ਨੂੰ ਮੇਰੇ ਤੋਂ ਵੱਧ ਮੁਹੱਬਤ ਕਰਦਾ ਉਹ ਵੀ ਮੇਰੇ ਲਾਇਕ ਨਹੀਂ। ਤੇ ਫਿਰ ਇੱਥੇ ਵੀ ਕਿੱਦਾਂ ਬਣੂਗਾ ਰੀਟਾ ਦੇ ਨਾਲ। ਹਾਂਜੀ, ਜਦੋਂ ਵੇਲਾ ਆਇਆ ਉਦੋਂ ਫਿਰ ਕੀ ਕਰਨਾ ਭਲਾ। ਉਦੋਂ ਮੁਹੱਬਤ ਰੀਟਾ ਦੇ ਨਾਲ ਨਹੀਂ, ਉਦੋਂ ਮੁਹੱਬਤ ਯਿਸੂ ਮਸੀਹ ਦੇ ਨਾਲ ਦਿਖਾਉਣ ਦਾ ਵੇਲਾ ਆ। ਇਸ ਕਰਕੇ ਵਚਨ 'ਚ ਕੀ ਲਿਖਿਆ, ਜਿਹੜੇ ਪਤਨੀਆਂ ਵਾਲੇ ਹੁਣ ਏਦਾਂ ਸਮਝਣਾ ਨਾ ਆਪਣੇ ਆਪ ਨੂੰ ਜਿਵੇਂ ਉਹਨਾਂ ਦੇ ਪਤਨੀਆਂ ਹੈ ਹੀ ਨਹੀਂ ਆ। ਇਹ ਵਚਨ ਦੱਸੋ ਨਾ ਲੋਕਾਂ ਨੂੰ, ਫਿਰ ਲੋਕਾਂ ਨੂੰ ਪਤਾ ਲੱਗੇ। ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਸਿੱਖ ਕੇ ਆਊਗਾ ਨਾ ਉਹ ਧੌਣ ਰੱਖੂਗਾ ਤਲਵਾਰ ਦੇ ਅੱਗੇ, ਕੱਟ ਦਿਓ, ਪਰ ਪਰਵਾਹ ਨਹੀਂ। ਉਹਨੂੰ ਕੋਈ ਚਿੰਤਾ ਹੋਵੇਗੀ, ਉਹਨੂੰ ਕੋਈ ਵੀ ਪਰਵਾਹ ਨਹੀਂ ਜੀਵਨ ਦੇ ਵਿੱਚ ਕੀ ਹੋਣਾ, ਕਿਉਂਕਿ ਉਹਨੂੰ ਪਤਾ ਆ ਮੇਰੇ ਪਰਮੇਸ਼ਵਰ ਨੇ ਮੈਨੂੰ ਖਾਸ ਮਕਸਦ ਦੇ ਲਈ ਬਣਾਇਆ। ਤੇ ਜੇ ਉਹਨੇ ਮੈਨੂੰ ਕੁਰਬਾਨ ਹੋਣ ਲਈ ਬਣਾਇਆ ਤੇ ਕੁਰਬਾਨੀ ਦੇਣ ਦੇ ਲਈ ਵੀ ਕੀ ਹੈ ਭਲਾ ਤਿਆਰ ਆ। ਇਹ ਤਾਂ ਸਖਤੀ ਗੁਰੂ ਬੜਾ, ਇਹ ਤੇ ਲਿਹਾਜ਼ ਹੀ ਕਰਦਾ, ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਉਧਰੋਂ ਇਹਦਾ ਅੱਗੇ ਚੇਲਾ ਵੀ ਉਦਾਂ ਦਾ। ਉਹਦੇ ਕੋਲ ਬਪਤਿਸਮਾ ਲੈਣ ਆਉਣ ਡੇ, ਕਹਿੰਦਾ ਉਹ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕੋਪ ਤੋਂ ਬਚਣਾ ਕਹਿੰਦੇ। ਇਹ ਕਿੱਦਾਂ ਦੇ ਗੁਰੂ ਆਏ ਜੀ ਦੋ ਜਣੇ ਜਿਹੜੇ ਕਿਸੇ ਦਾ ਲਿਹਾਜ਼ ਕਰਦੇ। ਇੱਥੇ ਦੇ ਲੋਕੀ ਪ੍ਰੇਮ ਪਿਆਰ ਦਿਖਾਉਂਦੇ ਨਹੀਂ ਜੀ, ਜੱਫੀਆਂ ਪਾਉਂਦੇ ਸਭ ਤਾਂ ਕਿ ਪਤਾ ਲੱਗੇ ਵੀ ਇਹ ਪਿਆਰ ਹੀ ਬਹੁਤ ਕਰਨ ਵਾਲੇ ਆ। ਬੜੀਆਂ ਸਾਰੀਆਂ ਚਰਚਾ ਤੇ ਇਸੇ ਬਲ ਦੇ ਉੱਤੇ ਚੱਲ ਜਾਂਦੀਆਂ। ਉਹਨੂੰ ਦੱਸਿਆ ਯਾਰ ਉਹ ਕੋਈ ਵਚਨ ਤੇ ਉਹਦੇ ਕੋਲ ਕੋਈ ਗਿਆਨ ਹੈ ਨਹੀਂ। ਤਾਂ ਕਹਿੰਦੇ ਵਚਨ ਦੇ ਗਿਆਨ ਛੱਡੋ, ਪ੍ਰੇਮ ਬੜਾ ਕਰਦਾ, ਜੱਫੀਆਂ ਬਹੁਤ ਪਾਉਂਦਾ। ਤੇ ਉਹ ਇਕੱਲਾ ਪ੍ਰੇਮ ਦੇ ਨਾਲ ਹੀ। ਤਾਂ ਪ੍ਰੇਮ ਕਿਹੜਾ ਭਲਾ, ਬਿਨਾਂ ਗਿਆਨ ਤੋਂ ਪ੍ਰੇਮ ਕਿਸੇ ਵੀ ਕੰਮ ਦਾ। ਤੇ ਗਿਆਨ ਦੇ ਵਿੱਚ ਰਹਿ ਕੇ ਜਿਹੜਾ ਪ੍ਰੇਮ ਕੀਤਾ ਜਾਂਦਾ ਉਹ ਪਰਮੇਸ਼ਵਰ ਦਾ ਪ੍ਰੇਮ ਆ, ਕਿਉਂਕਿ ਪਰਮੇਸ਼ਵਰ ਹੀ ਗਿਆਨ ਆ ਤੇ ਸਾਰੇ ਖਜ਼ਾਨੇ ਉਹਦੇ ਵਿੱਚ ਹੀ ਛੁਪੇ ਹੋਏ ਆ। ਇਸ ਕਰਕੇ ਅਸੀਂ ਉਹਦੀ ਗਹਿਰਾਈ ਨੂੰ ਸਮਝਣਾ, ਕੌਣ ਸਲਾਮਤ ਰਹੂਗਾ। ਤੇ ਜਦੋਂ ਅਸੀਂ ਵਚਨ ਨੂੰ ਦੇਖਦੇ ਹਾਂ ਤੇ ਫਿਰ ਤੇ ਕੰਮ ਹੀ ਬੜਾ ਖਤਰਨਾਕ ਹੈ। ਕਹਿੰਦਾ ਜਿਹੜਾ ਮਿੱਤਰ ਦੀ ਬੁਰਾਈ ਵੀ ਕਰਦਾ ਨਾ ਉਹ ਵੀ ਮੇਰੇ ਘਰ ਦੇ ਵਿੱਚ ਵਸਣ ਦੇ ਯੋਗ। ਤੇ ਇੱਥੇ ਸਾਡੇ ਕੋਲ ਤੇ ਉਹਦਾ ਟਾਈਮ ਹੀ ਨਹੀਂ ਹੁੰਦਾ ਜਿੰਨੀ ਦੇਰ ਮਿੱਤਰ ਦੀ ਬੁਰਾਈ ਨਾ ਕਰੀਏ। ਸਮਾਂ ਹੀ ਨਹੀਂ ਮਿਲਦਾ ਹੋਰ ਕਿਸੇ ਕੰਮ ਦਾ। ਮਿੱਤਰ ਦੀ ਬੁਰਾਈ ਨਾ ਹੋਵੇ ਤਾਂ ਦਿਨ ਹੀ ਲੰਘਦਾ ਨਹੀਂ ਹੈ। ਤੇ ਫਿਰ ਮਿੱਤਰ ਦੀ ਬੁਰਾਈ ਕਰਨ ਦੇ ਲਈ ਲੱਭੀਦਾ ਕੌਣ ਆ ਭਲਾ, ਇੱਕ ਹੋਰ ਮਿੱਤਰ। ਤੇ ਉਸ ਮਿੱਤਰ ਨੂੰ ਵੀ ਇਹ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਮਿੱਤਰ ਦੀ ਬੁਰਾਈ ਇੱਕ ਦੂਜੇ ਮਿੱਤਰ ਕੋ ਕਰ ਰਿਹਾ ਆ, ਇਹਦਾ ਮਤਲਬ ਇਹ ਮੇਰੀ ਬੁਰਾਈ ਫਿਰ ਉਸ ਮਿੱਤਰ ਦੇ ਕੋਲ ਵੀ ਕਰਦਾ।
ਇਹਦਾ ਤੇ ਕੰਮ ਹੀ ਖਰਾਬ ਆ। ਫਿਰ ਇਹੋ ਜਿਹੇ ਮਿੱਤਰ ਨੂੰ ਕੀ ਕਹਿਣਾ ਚਾਹੀਦਾ ਵੀ ਤੂੰ ਮਿੱਤਰ ਕਹਾਉਣ ਦੇ ਯੋਗ ਨਹੀਂ। ਤੇ ਮਿੱਤਰ ਦਾ ਕੰਮ ਕੀ ਲਿਖਿਆ ਗਿਆ ਬਾਈਬਲ ਦੇ ਵਿੱਚ? ਲਿਖਿਆ 2 ਮਨੁੱਖ ਜਿਹੜੇ ਸੀਗੇ ਉਹ ਸਦੋਮ ਅਮੋਰਾ ਵੱਲ ਨੂੰ ਚੱਲ ਪਏ ਤੇ ਪਰਮੇਸ਼ਵਰ ਅਬਰਾਹਮ ਦੇ ਨਾਲ ਗੱਲ ਕਰਨ ਦੇ ਲਈ ਰੁਕ ਗਿਆ ਤੇ ਕੀ ਕਹਿੰਦਾ ਆ, ਮੈਂ ਜੋ ਕੁਛ ਕਰਨ ਨੂੰ ਹਾਂ ਉਹ ਆਪਣੇ ਮਿੱਤਰ ਅਬਰਾਹਮ ਤੋਂ ਕਿਉਂ ਲੁਕਾਵਾਂ। ਇਹ ਪਰਮੇਸ਼ਵਰ ਦੀ ਮਿੱਤਰਚਾਰੇ ਦਾ ਸਟੈਂਡਰਡ ਆ। ਆਪਣੇ ਮਿੱਤਰ ਨੂੰ ਦੱਸੇ ਤੋਂ ਬਿਨਾਂ ਕੋਈ ਕੰਮ ਕਰੂਗਾ ਨਹੀਂ। ਤੇ ਅਸੀਂ ਤੇ ਇਹ ਸੋਚੀਦਾ ਵੀ ਮਿੱਤਰ ਦੇ ਕੰਮ 'ਚ ਕੀ ਪੰਜਾਬੀ ਕੀ ਕਹਿੰਦੇ, ਘੜਾਮ ਕਿੱਦਾਂ ਪਾਉਣਾ। ਤੇ ਉਹ ਕੀ ਕਹਿੰਦਾ, ਮਿੱਤਰ ਨੂੰ ਦੱਸੇ ਤੋਂ ਬਿਨਾਂ ਕੋਈ ਕੰਮ ਕਰਨਾ ਨਹੀਂ। ਜਿਹੜਾ ਮਿੱਤਰ ਦੀ ਬੁਰਾਈ ਵੀ ਕਰਦਾ ਆ ਉਹ ਵੀ ਉਹਦੇ ਘਰ ਦੇ ਵਿੱਚ ਵਸਣ ਦੇ ਯੋਗ ਨਹੀਂ ਆ। ਅਗਲੀ ਗੱਲ, ਔਰ ਨਾ ਆਪਣੇ ਪੜੋਸੀ ਕੀ ਨਿੰਦਾ ਸੁਣਤਾ। ਕਿਹਦੀ ਜੀ? ਇੱਥੇ ਆ ਗਿਆ ਕੰਮ ਖਰਾਬ ਹੋ ਗਿਆ ਨਾ। ਪੜੋਸੀ ਦੇ ਨਾਲ ਹੀ ਤੇ ਸਾਰਾ ਯੁੱਧ ਆ। ਪੜੋਸੀ ਦਾ ਤੇ ਬੇੜਾ ਗਰਕ ਕਰਨ ਦੇ ਲਈ ਅਸੀਂ ਰੱਬ ਬਦਲਿਆ। ਪੜੋਸੀ ਦਾ ਬੇੜਾ ਗਰਕ ਕਰਨ ਲਈ ਤੇ ਅਸੀਂ ਧਰਮ ਜਾਤੀਆਂ ਬਦਲੀਆਂ। ਨਾਂ ਤੱਕ ਬਦਲੇ ਕਾਹਦੇ ਲਈ ਭਲਾ? ਪੜੋਸੀ ਤੋਂ ਉੱਤੇ ਉੱਠ ਕੇ ਦਿਖਾਉਣਾ ਕੀ ਸੀ ਭਲਾ? ਸਾਨੂੰ ਵੀ ਇਹ ਦੱਸਿਆ ਗਿਆ ਸੀ ਯਿਸੂ ਮਸੀਹ ਵਿੱਚ ਆ ਜਾਓ, ਬੜੀਆਂ ਆਸ਼ੀਸ਼ਾਂ ਤੇ ਬਰਕਤਾਂ ਮਿਲਦੀਆਂ। ਕੀ ਕਹਿੰਦੇ ਨੇ ਸਾਨੂੰ ਭਲਾ? ਸੇਵਕ ਕਹਿੰਦੇ ਯਿਸੂ ਮਸੀਹ ਕੋਲ ਆ ਜਾਓ, ਬੜੀਆਂ ਆਸ਼ੀਸ਼ਾਂ ਤੇ ਬਰਕਤਾਂ ਮਿਲਦੀਆਂ। ਤੇ ਅਸੀਂ ਕਿਹਾ ਵੀ ਠੀਕ ਆ, ਵੀ ਸਾਨੂੰ ਤੇ ਰੱਬ ਉਦਾਂ ਦਾ ਚਾਹੀਦਾ ਜਿਹੜਾ ਕੀ ਦੇਵੇ ਭਲਾ? ਆਸ਼ੀਸ਼ਾਂ ਤੇ ਬਰਕਤਾਂ ਦੇਵੇ। ਤੇ ਉਹ ਕਿੰਨੇ ਸਾਲ ਅਸੀਂ ਆਸ਼ੀਸ਼ਾਂ ਤੇ ਬਰਕਤਾਂ ਦੇ ਮਗਰ ਹੀ ਭੱਜਦੇ ਰਹੇ ਤੇ ਮਿਲੀਆਂ ਵੀ। ਬਾਅਦ ਵਿੱਚ ਜਦੋਂ ਵਚਨ ਦਾ ਗਿਆਨ ਹੋਇਆ ਤਾਂ ਪਤਾ ਲੱਗਾ ਇਸੇ ਵਚਨ 'ਚ ਲਿਖਿਆ ਇੱਕ ਹੋਰ ਯਿਸੂ ਆ। ਹਜ਼ਾਰਾਂ ਵਾਰ ਉਸੇ ਵਰਸ ਨੂੰ ਪੜ੍ਹਿਆ ਸੀਗਾ ਪਰ ਪਤਾ ਹੀ ਨਹੀਂ ਸੀ ਵੀ ਇੱਕ ਹੋਰ ਵੀ ਯਿਸੂ ਆ ਜਿਹੜਾ ਬਿਲਕੁਲ ਉਸੇ ਯਿਸੂ ਵਾਂਗੂ ਕੰਮ ਕਰਦਾ ਹੈ। ਤੇ ਉਸ ਯਿਸੂ ਨੂੰ ਇਸ ਸੰਸਾਰ ਦਾ ਦੇਵਤਾ ਕਿਹਾ ਗਿਆ। ਤੇ ਉਹ ਉਸ ਯਿਸੂ ਦਾ ਪ੍ਰਚਾਰ ਅੱਜ ਜਿਹੜੇ ਬਹੁਤ ਸਾਰੇ ਖਾਦਮ ਕਰਦੇ ਆ ਤੇ ਉਸ ਯਿਸੂ ਦੇ ਕੋਲੋਂ ਵਾਕਿਆ ਬਹੁਤ ਆਸ਼ੀਸ਼ਾਂ ਤੇ ਬਰਕਤਾਂ ਮਿਲਦੀਆਂ। ਪਰ ਧਿਆਨ ਰੱਖਿਓ, ਜਿਹੜੇ ਉਸ ਯਿਸੂ ਦੇ ਲੜ ਲੱਗੇ ਆ ਉਹ ਉਹਦੇ ਨਾਲ ਹੀ ਫਿਰ ਰਹਿਣਗੇ, ਕਿਉਂਕਿ ਲਿਖਿਆ ਇੱਥੇ ਤੇ ਉਹਦੇ ਤੰਬੂ ਦੇ ਵਿੱਚ ਤੇ ਉਹ ਹੀ ਰਹੂਗਾ ਜਿਹੜਾ ਉਹਦੇ ਵਰਗਾ ਹੋਊਗਾ। ਉਹਦੇ ਤੰਬੂ ਦੇ ਵਿੱਚ ਦੂਜਾ ਰਹਿ ਸਕਦਾ, ਦੂਜੇ ਯਿਸੂ ਨਾਲ ਸੰਗਤੀ ਕਰਨ ਵਾਲਾ ਉਹਦੇ ਤੰਬੂ ਦੇ ਵਿੱਚ ਰਹਿ ਸਕਦਾ ਨਹੀਂ ਆ। ਉਹਦੇ ਤੰਬੂ ਵਿੱਚ ਰਹਿਣ ਦੇ ਲਈ ਤੇ ਸਭ ਤੋਂ ਪਹਿਲਾਂ ਅਸਲੀ ਯਿਸੂ ਦੀ ਪਹਿਚਾਣ ਦਾ ਹੋਣਾ ਬੜਾ ਜ਼ਰੂਰੀ ਆ। ਅਸਲੀ ਆਤਮਾ ਦੀ ਪਹਿਚਾਣ ਦਾ ਹੋਣਾ ਬੜਾ ਜ਼ਰੂਰੀ ਆ। ਅਸਲੀ ਵਚਨ ਦੀ ਪਹਿਚਾਣ ਦਾ ਹੋਣਾ ਬੜਾ। ਲਿਖਿਆ ਨਾ, ਇੱਕ ਹੋਰ ਸੁਸਮਾਚਾਰ, ਇੱਕ ਹੋਰ ਆਤਮਾ, ਇੱਕ ਦੂਜਾ ਯਿਸੂ। ਤੇ ਪ੍ਰਚਾਰ ਫਿਰ ਕਹਿੰਦਾ ਬੱਲੇ ਬੱਲੇ ਹੋ ਰਹੀ ਜਾਦੀ ਉਸ ਦੂਜੇ ਯਿਸੂ ਦੇ ਨਾਮ ਦੀ ਹੋ ਰਹੀ, ਕਿਉਂਕਿ ਇਸ ਯਿਸੂ ਦੇ ਨਾਮ ਦੇ ਵਿੱਚ ਤੇ ਬੜੀ ਸਖਤ ਤਲੀਮ ਆ। ਤੇ ਇਹਨੂੰ ਹਜਮ ਕਰਨਾ ਵੀ ਆਮ ਬੰਦੇ ਦੇ ਵੱਸ ਦਾ ਕੰਮ। ਕਈ ਤੇ ਸੁਣਦੇ ਉੱਠ ਕੇ ਚਲ ਜਾਂਦੇ। ਕਈ ਵਾਰੀ ਵਿਰੋਧੀ ਪਾਉਂਦਾ ਵੀ ਮਨ ਦੇ ਵਿੱਚ, ਉਹ ਥੋੜਾ ਢਿੱਲਾ ਰੱਖ ਲਿਆ ਕਰੋ। ਲੋਕੀ ਜਦੋਂ ਸੁਣਨਗੇ ਇਹਨੇ ਫਿਰ ਤੁਸੀਂ ਸੁਣਾਓਗੇ ਕਿਹਨੂੰ? ਕਹਿੰਦਾ ਭਲਾ ਵੀ ਜਦੋਂ ਸੁਣਨ ਵਾਲੇ ਰਹੇ ਤੁਸੀਂ ਸੁਣਾਓਗੇ ਕਿਹਨੂੰ? ਕਹਿੰਦਾ ਤੁਸੀਂ ਨਾ ਬੋਲੇ ਤੇ ਪੱਥਰ ਬੋਲ ਉੱਠਣਗੇ। ਮੈਂ ਆਪਣੀ ਮਹਿਮਾ ਪੱਥਰਾਂ ਦੇ ਕੋਲੋਂ ਵੀ ਕਰਵਾ ਲੈਣੀ ਹੈ। ਤੇ ਇਸ ਤੋਂ ਪਹਿਲਾਂ ਉਹ ਸਾਨੂੰ ਠੁਕਰਾ ਕੇ ਪੱਥਰਾਂ ਕੋਲੋਂ ਕਰਾਵੇ, ਕਿਉਂ ਨਾ ਅਸੀਂ ਖੁਦ ਹੀ ਪੱਥਰ ਦਿਲਾਂ ਨੂੰ ਤੋੜ ਦਈਏ। ਔਰ ਵਚਨ ਜਦੋਂ ਸਹੀ ਸੁਣਾਇਆ ਜਾਂਦਾ ਉਦੋਂ ਪੱਥਰ ਦਿਲ ਟੁੱਟਦੇ ਅਸੀਂ ਆਪਣੀ ਅੱਖਾਂ ਦੇ ਨਾਲ। ਕਹਿੰਦੇ ਇਦਾਂ ਦਾ ਪ੍ਰਚਾਰ ਨਾ ਕਰਿਆ ਕਰੋ। ਮੈਨੂੰ ਇੱਥੇ ਬੜਾ ਡਾਂਟਿਆ ਸੀ। ਕਹਿੰਦੇ ਇਦਾਂ ਦਾ ਪ੍ਰਚਾਰ ਨਾ ਕਰੋ, ਕਿਸੇ ਨੇ ਸੁਣਨਾ ਨਹੀਂ। ਜਦੋਂ ਇਹਨੂੰ ਸ਼ੁਰੂ ਕੀਤਾ ਉਦੋਂ ਲੋਕਾਂ ਨੇ ਕਿਹਾ ਇਦਾਂ ਦਾ ਸੁਣਿਆ ਹੀ ਨਹੀਂ। ਮੈਨੂੰ ਕੀ ਕਿਹਾ ਜਾਂਦਾ ਸੀਗਾ, ਇਹ ਨਾ ਕਰਿਆ ਕਰੋ, ਇਹ ਕਿਸੇ ਨੇ ਸੁਣਨਾ ਨਹੀਂ ਆ ਤੇ ਕਿਸੇ ਨੇ ਮਗਰ ਲੱਗਣਾ ਵੀ। ਇਸ ਵਚਨ ਦੇ ਮਗਰ ਕਿਸੇ ਨੇ ਨਹੀਂ ਲੱਗਣਾ। ਪਰ ਜਦੋਂ ਸੁਣਾਉਣਾ ਸ਼ੁਰੂ ਕੀਤਾ ਫਿਰ ਲੋਕਾਂ ਦੇ ਵਿਊ ਮਿਲਣੇ ਸ਼ੁਰੂ ਹੋਏ। ਕਹਿੰਦੇ ਇਦਾਂ ਦਾ ਤੇ ਸੁਣਿਆ ਹੀ ਨਹੀਂ ਸੀ, ਇਦਾਂ ਤੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ, ਇਦਾਂ ਦੀ ਗੱਲ ਦਾ ਤੇ ਸਾਨੂੰ ਪਤਾ ਹੀ ਨਹੀਂ। ਸਾਨੂੰ ਤੇ ਪ੍ਰਚਾਰ ਹੀ ਪਤਾ ਨਹੀਂ ਕਿਹੜਾ ਦੱਸਿਆ ਜਾਂਦਾ ਰਿਹਾ। ਫਿਰ ਪਤਾ ਲੱਗਾ ਖੋਜੀ ਹੈਗੇ ਆ, ਪਰ ਵਿਚਾਰਿਆਂ ਨੂੰ ਅਸਲੀ ਗੱਲ ਮਿਲੀ ਨਹੀਂ। ਐਵੇਂ ਥੋੜ੍ਹੀ ਇਸ ਟਾਈਮ ਹਜ਼ਾਰਾਂ ਫਾਲੋਵਰ ਸਾਡੇ ਨਾਲ ਜੁੜੇ ਆ। ਕੋਈ ਕੰਟਰੀ ਐਸੀ ਨਹੀਂ ਜਿੱਥੇ ਹਿੰਦੀ ਪੰਜਾਬੀ ਲੋਕ ਜਾਣਦੇ ਹੋਣ ਤੇ ਸਾਨੂੰ ਨਾ ਜਾਣਦੇ ਹੋਣ। YouTube ਭਰੀ ਹੋਈ ਆ, Facebook ਭਰੀ ਹੋਈ ਆ, ਲੋਕਾਂ ਦੇ ਕਮੈਂਟ ਤੇ ਕਮੈਂਟ। ਲੋਕੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਦਿੰਦੇ ਕਦੋਂ ਵਚਨ ਸ਼ੁਰੂ ਹੋਵੇ। ਭਾਵੇਂ ਉੱਥੇ ਇੰਡੀਆ ਦੇ ਵਿੱਚ ਸਵੇਰ ਦੇ 4 ਕਿਉਂ ਨਾ ਵਜੇ ਹੋਣ, ਅਗਲੇ 4 ਵਜੇ ਉੱਠ ਕੇ ਵਚਨ ਸੁਣਦੇ ਆ। ਇਹਦਾ ਮਤਲਬ ਖਰਾ ਸੰਦੇਸ਼ ਦੇਣ ਵਾਲਾ ਚਾਹੀਦਾ। ਸੁਣਨ ਵਾਲੇ ਬੜੇ ਗੁਪਤ ਵਿੱਚ ਬੈਠੇ ਆ, ਪਰ ਲੋਕੀ ਡਰਦੇ
ਦੱਸਦੇ ਨਹੀਂ ਕਲੀਸਿਆ ਨਾ ਘਟ ਜਾਵੇ, ਨਹੀਂ ਲੋਕੀ ਮੇਰੀ ਥੋੜੀ ਕਲੀਸਿਆ ਆ। ਕਲੀਸਿਆ ਜਿਹਦੀ ਹੈਗੀ ਉਹ ਆਪ ਚਿੰਤਾ ਕਰੂਗਾ, ਮੇਰਾ ਕੰਮ ਤੇ ਹੈਗਾ ਮੈਨੂੰ ਜੋ ਦੱਸਿਆ ਮੈਂ ਸੱਚ ਕਰਕੇ ਦੱਸ ਦੇਵਾਂ। ਤੇ ਸੱਚ ਕੀ ਆ, ਇਹ ਚੀਜ਼ਾਂ ਅੱਜ ਅਸੀਂ ਪੱਲੇ ਬੰਨਣੀ ਆ, ਸਿਰਫ ਸੁਣਨਾ ਨਹੀਂ ਆ, ਯਾਦ ਰੱਖਣਾ। ਜੇ ਤੇ ਅਸੀਂ ਵਾਕਿਆ ਹੀ ਅੱਗਿਓਂ ਚੱਲਣਾ ਆ, ਜੇ ਵਾਕਿਆ ਹੀ ਅਸੀਂ ਉਹਦੇ ਘਰ 'ਚ ਵਸਣ ਦੇ ਲਈ ਉਪਰਾਲਾ ਕਰਕੇ ਆਏ ਆ, ਇਹ ਮਨ ਬਣਾ ਕੇ ਉਹਦੇ ਕੋਲ ਆਏ ਆ ਵੀ ਅਸੀਂ ਉਹਦੇ ਘਰ ਦੇ ਵਿੱਚ ਵਸਣ ਦੇ ਲਈ ਆਏ ਆ, ਤੇ ਫਿਰ ਇਹਨਾਂ ਚੀਜ਼ਾਂ ਨੂੰ ਆਪਣੇ ਦਿਲ ਰੂਪੀ ਤਵੀਤ ਦੇ ਵਿੱਚ ਬੰਨ੍ਹਣਾ ਪੈਣਾ। ਤੇ ਜੇ ਬਣ ਸਕਦੇ ਆ ਤੇ ਫਿਰ ਠੀਕ ਆ, ਅੱਗੇ ਤੁਹਾਡੀਆਂ ਗਵਾਹੀਆਂ ਸੁਣਨ ਨੂੰ ਮਿਲਣ ਵੀ ਚੇਂਜ ਆਇਆ ਆ। ਤੇ ਨਹੀਂ ਤੇ ਚਰਚ ਵਿੱਚ ਨਾ ਆਇਓ। ਫਿਰ ਤੁਸੀਂ ਆਪਣੀ ਆਪਣੀ ਜਗ੍ਹਾ ਤੇ ਰਾਜੀ ਤੇ ਅਸੀਂ ਆਪਣੀ ਜਗ੍ਹਾ ਦੇ ਉੱਤੇ, ਕਿਉਂਕਿ ਜੇ ਅਸੀਂ ਆਪਣੇ 'ਚ ਬਦਲਾਅ ਨਹੀਂ ਲਿਆਉਣਾ ਤੇ ਮੈਂ ਸਮਝਦਾ ਅਸੀਂ ਇੱਕ ਦੂਜੇ ਦਾ ਕੀ ਕਰਦੇ ਪਏ ਭਲਾ, ਫਿਰ ਟਾਈਮ ਖਰਾਬ ਕਰਦੇ ਆ। ਤੇ ਸਾਨੂੰ ਇੱਕ ਦੂਜੇ ਦਾ ਟਾਈਮ ਖਰਾਬ ਕਰਨ ਦਾ ਵੀ ਕੋਈ ਅਧਿਕਾਰ, ਫਿਰ ਸਾਨੂੰ ਇੱਕ ਦੂਜੇ ਦਾ ਟਾਈਮ ਖਰਾਬ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ। ਕਿਉਂਕਿ ਸਾਨੂੰ ਸੁਣਨ ਨੂੰ ਮਿਲਣਾ ਨਾ, ਇੰਨਾ ਕੁਝ ਸੁਣ ਕੇ ਵੀ ਜੀ ਤੁਹਾਡੇ ਲੋਕਾਂ ਵਿੱਚ ਅਸੀਂ ਚੇਂਜ ਤੇ ਦੇਖਦੇ ਨਹੀਂ ਪਏ, ਤੇ ਫਿਰ ਉਹ ਅਗਲੇ ਸਾਨੂੰ ਟਾਂਚ ਕਰਦੇ ਨੇ, ਕਹਿੰਦੇ ਫਿਰ ਇੰਨਾ ਆਲਾ ਸੁਣਾਉਣ ਦਾ ਵੀ ਕੀ ਫਾਇਦਾ। ਇਸ ਲਈ ਉਦੋਂ ਖੁਸ਼ੀ ਹੁੰਦੀ ਹੈ ਫਿਰ ਜਦੋਂ ਕਹਿੰਦੇ ਤੁਹਾਡਾ ਫਲਾਨਾ ਬੰਦਾ ਮਿਲਿਆ ਸੀ ਜੀ, ਬੜੀ ਕੋਸ਼ਿਸ਼ ਕੀਤੀ ਪਰ ਉਹ ਟਸ ਤੋਂ ਮਸ। ਉਦੋਂ ਫਿਰ ਬੰਦੇ ਦਾ ਜਿਹੜਾ ਸੀਨਾ ਨਾ ਚੌੜਾ ਹੁੰਦਾ ਵੀ ਤਲੀਮ ਕੀ ਕਰਦੀ ਪਈ ਭਲਾ, ਅਸਰ ਕਰਦੀ ਪਈ, ਤਲੀਮ ਕੰਮ ਕਰਦੀ ਪਈ ਹੈ। ਸੋ ਸੁਣਾਉਣ ਦਾ ਮਜ਼ਾ ਉਦੋਂ। ਸੋ ਸਮਝੋ, ਅਸੀਂ ਨੋਟ ਕਰ ਲਓ। ਉਸ ਤੋਂ ਬਾਅਦ ਅਸੀਂ ਅੱਗੇ ਵਧਦੇ ਹਾਂ, ਥੋੜ੍ਹਾ ਜਿਹਾ ਟਾਈਮ ਅੱਜ ਜ਼ਿਆਦਾ ਲਵਾਂਗੇ, ਤੇ ਜੇ ਥੱਕ ਗਏ ਤਾਂ ਫਿਰ ਮੈਨੂੰ ਦੱਸ ਦਿਓ, ਫਿਰ ਆਪਾਂ ਦੁਆ ਕਰਾਂਗੇ। ਹਾਲੇਲੂਇਆ। ਫਿਰ ਕਿਸੇ ਇਸ ਵਿਸ਼ੇ ਨੂੰ ਆਪਾਂ ਫਿਰ ਅੱਗੇ ਛੇੜ ਲਵਾਂਗੇ, ਟਾਈਮ ਤੁਹਾਡਾ ਜ਼ਿਆਦਾ ਵੀ ਲਵਾਂਗੇ। ਨੋਟ ਕਰ ਲਓ, ਨੰਬਰ 1 ਤੇ ਜਿਹੜਾ ਖਰਾਈ ਦੇ ਨਾਲ ਚੱਲਦਾ ਉਹਦੇ ਘਰ 'ਚ ਵਸੂਗਾ, ਧਰਮ ਦੇ ਕੰਮ ਕਰਦਾ ਉਹਦੇ ਘਰ 'ਚ ਵਸੂਗਾ, ਦਿਲੋਂ ਸੱਚ ਬੋਲਦਾ ਉਹਦੇ ਘਰ 'ਚ ਵਸੂਗਾ, ਜਿਹੜਾ ਜੀਵ ਦੇ ਨਾਲ ਨਿੰਦਾ ਨਹੀਂ ਕਰਦਾ ਉਹਦੇ ਘਰ 'ਚ ਵਸੂਗਾ, ਜਿਹੜਾ ਆਪਣੇ ਮਿੱਤਰ ਦੀ ਬੁਰਾਈ ਨਹੀਂ ਕਰਦਾ ਉਹਦੇ ਘਰ 'ਚ ਵਸੂਗਾ, ਜਿਹੜਾ ਆਪਣੇ ਪੜੋਸੀ ਦੀ ਨਿੰਦਾ ਸੁਣਦਾ ਵੀ ਨਹੀਂ, ਕਰਨੀ ਤੇ ਬੜੀ, ਜਿਹੜਾ ਪੜੋਸੀ ਦੀ ਨਿੰਦਾ ਸੁਣਦਾ ਵੀ ਨਹੀਂ। ਤੇ ਅੱਜ ਤੋਂ ਚੇਤੇ ਰੱਖਿਓ, ਜੇ ਕੋਈ ਪੜੋਸੀ ਦੀ ਨਿੰਦਾ ਕਰਨ ਆਵੇ ਉਹਨੂੰ ਪੂਰੀ ਇੱਜ਼ਤ ਦੇ ਨਾਲ ਚਾਹ ਪਾਣੀ ਪਿਲਾਓ, ਠੀਕ ਹੈ, ਤੇ ਬਾਅਦ 'ਚ ਉਹਨੂੰ ਕਹੋ ਵੀ ਇਹ ਤੇਰੀ ਆਖਰੀ ਆ। ਕੀ ਕਹਿਣਾ ਭਲਾ, ਅੱਜ ਤੋਂ ਬਾਅਦ ਸਾਡੇ ਪੜੋਸੀ ਦੀ ਨਿੰਦਾ ਕਰਨ ਦੇ ਵਾਸਤੇ ਤੇਰੇ ਲਈ ਸਾਡੇ ਘਰ ਦੇ ਦਰਵਾਜ਼ੇ ਕੀ ਹੈ ਭਲਾ। ਕਈਆਂ ਦੀ ਜ਼ਿੰਦਗੀ ਬਚ ਜਾਊਗੀ, ਕਈਆਂ ਦੀ ਜ਼ਿੰਦਗੀ ਬਚ ਜਾਊਗੀ, ਔਰ ਉਸ ਦਿਨ ਪਰਮੇਸ਼ਵਰ ਦੀ ਸਹੀ ਆਸ਼ੀਸ਼ ਜਿਹੜੀ ਸਾਡੇ ਘਰ ਦੇ ਵਿੱਚ ਆਊਗੀ। ਇੱਥੇ ਇਹ ਨਹੀਂ ਲਿਖਿਆ ਜਿਹੜਾ ਪੜੋਸੀ ਨਿੰਦਾ ਕਰਦਾ, ਲਿਖਿਆ ਜਿਹੜਾ ਸੁਣਦਾ। ਇਹਦਾ ਮਤਲਬ ਕੀ ਆ, ਇੱਕ ਸੱਚੇ ਮਸੀਹ ਦਾ ਕੀ ਕੰਮ ਹੈ ਭਲਾ, ਉਹਨੇ ਨਿੰਦਾ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਉਹਨੇ ਪੜੋਸੀ ਦੀ ਨਿੰਦਾ ਸੁਣਨੀ ਵੀ ਨਹੀਂ ਹੈ। ਸੁਣਨਾ ਵੀ ਕੀ ਹੋ ਗਿਆ ਭਲਾ, ਗੁਨਾਹ ਹੋ ਗਿਆ। ਇਸ ਕਰਕੇ ਦੁਆ ਕਰੀਏ, ਪ੍ਰਭੂ ਜੀ ਮੇਰੇ ਕੰਨਾਂ ਨੂੰ ਪਾਕ ਦੇ ਪਵਿੱਤਰ ਕਰ, ਇਹ ਕਦੇ ਨਿੰਦਾ ਸੁਣਨੀ ਨਾ, ਮੇਰੀ ਜ਼ੁਬਾਨ ਨੂੰ ਪਾਕ ਤੇ ਪਵਿੱਤਰ ਕਰ, ਇਹ ਕਦੇ ਕਿਸੇ ਦੀ ਨਿੰਦਾ ਕਰੇ ਹੀ ਨਾ। ਇਸ ਹੱਦ ਤੱਕ ਜਿਹੜਾ ਹੈਗਾ ਉਹ ਉਹਦੇ ਘਰ ਦੇ ਵਿੱਚ ਵਸੂਗਾ। ਤੇ ਸਮਾਂ ਹੁਣ ਆ ਗਿਆ ਨਜ਼ਦੀਕ, ਇਸ ਲਈ ਸਾਨੂੰ ਇਹਨਾਂ ਚੀਜ਼ਾਂ ਨੂੰ ਅਸੀਂ ਸੁਣ ਬਹੁਤ ਲਿਆ ਹੋਇਆ। ਹੁਣ ਸਮਾਂ ਕਿਹੜਾ ਹੈ ਭਲਾ, ਅਸੀਂ ਇਹਨਾਂ ਉੱਤੇ ਚੱਲੀਏ। ਹੁਣ ਸਮਾਂ ਆ ਗਿਆ, ਅਸੀਂ ਕੀ ਕਰੀਏ ਭਲਾ, ਇਹਨਾਂ ਉੱਤੇ ਚੱਲੀਏ। ਜਿੱਦਾਂ ਦਾ ਖੜਕਾ ਦੜਕਾ ਉੱਥੇ ਹੋਇਆ ਨਾ ਇਸਰਾਇਲ ਦੇ ਵਿੱਚ, 125 ਰਾਗੜ ਸੁੱਟੇ ਉਹਨਾਂ ਨੇ, ਤੇ ਜਿੱਦਾਂ ਦੇ ਹਾਲਾਤ ਬਣੇ ਆ ਤੇ ਕੁਛ ਵੀ ਸੰਭਵ ਆ, ਕਿਉਂਕਿ ਤੁਹਾਨੂੰ ਪਤਾ ਕਿ ਦੁਨੀਆ ਦੇ ਅੰਤ ਦਾ ਜਿਹੜਾ ਸਿਸਟਮ ਆ ਉਹ ਉੱਥੋਂ ਹੀ ਸ਼ੁਰੂ ਹੋਣਾ। ਇਸ ਕਰਕੇ ਬਹੁਤ ਸਾਰੇ ਦੇਸ਼, ਬਹੁਤ ਸਾਰੀਆਂ ਤਾਕਤਾਂ ਇਹੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਵੀ ਇਹ ਝਗੜਾ ਜਿਹੜਾ ਆ ਉਹ ਆਪਣੇ ਯੋਵਨ ਦੇ ਉੱਤੇ ਨਾ ਆਵੇ, ਇਹ ਨਾ ਭੜਕੇ। ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਇਸ ਚੀਜ਼ ਦੇ 'ਚ ਲੱਗੀਆਂ ਹੋਈਆਂ, ਪਰ ਇਹਦੇ ਉਲਟ ਜਿਹੜੀਆਂ 2 ਤਾਕਤਾਂ ਆ ਉਹ ਇਸ ਪਾਸੇ ਲੱਗੀਆਂ ਹੋਈਆਂ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਕਰਵਾਇਆ ਜਾਵੇ, ਜਿਸ 'ਚ ਸਭ ਤੋਂ ਵੱਡਾ ਯੋਗਦਾਨ ਰਸ਼ੀਆ ਤੇ ਚਾਈਨਾ ਨਿਭਾ ਰਿਹਾ ਹੈ। ਇਸ ਕਰਕੇ ਯਾਦ ਰੱਖਣਾ, ਅਸੀਂ ਅੰਤ ਦੇ ਦਿਨਾਂ ਦੇ ਅੰਤਿਮ ਚਰਨ ਦੇ ਵਿੱਚ ਹਾਂ, ਤੇ ਕਿਸੇ ਸਮੇਂ ਕੁਛ ਵੀ ਹੋ ਸਕਦਾ ਹੈ। ਸਾਡੇ ਵਚਨ ਸੁਣਦਿਆਂ ਸੁਣਦਿਆਂ ਆਕਾਸ਼ ਦੇ ਵਿੱਚ ਤੁਰੀ ਵੱਜ ਸਕਦੀ। ਪ੍ਰਭੂ ਯਿਸੂ ਮਸੀਹ ਦਾ ਆਗਮਨ ਕਿਸੇ ਵੀ ਵੇਲੇ ਹੋ ਸਕਦਾ ਹੈ, ਕਿਉਂਕਿ ਜਿੱਦਾਂ ਦੇ ਹਾਲਾਤ ਬਣੇ ਆ, ਉਸ ਮਸਜਿਦ ਦਾ ਢੱਠਣਾ ਜ਼ਰੂਰੀ ਆ, ਔਰ ਉਸ ਮਸਜਿਦ ਨੂੰ ਪਰਮੇਸ਼ਵਰ ਤੋਂ ਬਿਨਾਂ ਕੋਈ ਦੂਜਾ ਢਾਹ ਸਕਦਾ ਨਹੀਂ ਹੈ। ਉਹ ਇੱਕ ਭੁਚਾਲ ਆਉਣਾ ਆ, ਜਿਹਦੇ ਤਹਿਤ ਉਹ ਜਿਹੜੀ ਪੂਰੀ ਦੀ ਪੂਰੀ ਮਸਜਿਦ ਆ ਉਹ ਤਹਿਸ ਨਹਿਸ ਹੋ ਜਾਣੀ ਹੈ। ਬਿਨਾਂ ਕਿਸੇ ਇਨਸਾਨ ਦੇ ਹੱਥ ਲਾਇਓ ਉਹ ਮਸਜਿਦ ਪੂਰੀ ਗਰਕ ਜਾਣੀ ਹੈ ਜ਼ਮੀਨ ਦੇ ਵਿੱਚ, ਪੱਧਰਾ ਜਿੱਦਾਂ ਕਹਿੰਦੀ ਨਾ ਉੱਦਾਂ ਹੋ ਜਾਣਾ। ਫਿਰ ਉਹ ਮੰਦਿਰ ਦੀ ਉਸਾਰੀ ਉਸ ਜਗ੍ਹਾ ਦੇ ਉੱਤੇ ਹੋਣੀ ਆ। ਪਰਮੇਸ਼ਵਰ ਨੂੰ ਆਪਣਾ ਕੰਮ ਕਰਨਾ ਆਉਂਦਾ ਹੈ, ਇਸ ਸਾਰੇ ਪਰਮੇਸ਼ਵਰ ਦੇ ਕੰਮ ਦੇ ਚਰਚਾ ਨਾ ਪਾਈਏ। ਅਸੀਂ ਜਿਹੜਾ ਕੰਮ ਸਾਨੂੰ ਬਖਸ਼ਿਆ ਗਿਆ ਅਸੀਂ ਉਹ ਕਰੀਏ, ਤਾਂ ਕਿ ਉਹਦੇ ਘਰ ਦੇ ਵਿੱਚ ਅਸੀਂ ਸੁੱਖ ਸ਼ਾਂਤੀ ਦੇ ਨਾਲ ਰਹਿ ਸਕੀਏ। ਜਦੋਂ ਵਚਨ ਸਾਨੂੰ ਇਸ ਤਰ੍ਹਾਂ
ਤਰੀਕੇ ਨਾਲ ਜਿਉਣ ਦਾ ਰਾਹ ਦੱਸਦਾ, ਤਾਂ ਫਿਰ ਸਾਨੂੰ ਆਪਣੇ ਬੱਚਿਆਂ ਨੂੰ ਕੈਸੀ ਤਾਲੀਮ ਦੇ ਕੇ ਤਿਆਰ ਕਰਨਾ ਚਾਹੀਦਾ। ਖਰਾਈ ਦੀਆਂ ਗੱਲਾਂ ਅਸੀਂ ਸੁਣ ਲਈਆਂ, ਧਰਮ ਦੇ ਕੰਮ ਸੁਣ ਲਏ, ਜੀਵ ਦੇ ਬਾਰੇ 'ਚ ਸੁਣ ਲਿਆ, ਨਿੰਦਾ ਦੇ ਬਾਰੇ 'ਚ ਸੁਣ ਲਿਆ, ਪ੍ਰੇਮ ਦੇ ਬਾਰੇ 'ਚ ਸੁਣ ਲਿਆ, ਸੱਚਾਈ ਦੇ ਬਾਰੇ 'ਚ ਸੁਣ ਲਿਆ। ਤੇ ਫਿਰ ਸਾਨੂੰ ਕੀ ਚਾਹੀਦਾ ਭਲਾ? ਬੱਚਿਆਂ ਨੂੰ ਇਸੇ ਤਾਲੀਮ ਦੇ ਸਾਂਚੇ ਦੇ ਵਿੱਚ ਅਸੀਂ ਕੀ ਪਾਈਏ? ਢਾਲਣਾ ਚਾਹੀਦਾ। ਤੇ ਬੱਚਿਆਂ ਨੂੰ ਇਸ ਤਾਲੀਮ ਦੇ ਸਾਂਚੇ ਢਾਲਦੇ ਵਕਤ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਸਾਵਧਾਨੀ ਭਲਾ ਵਰਤਣੀ ਹੈ? ਬੱਚਿਓ, ਝੂਠ ਬੋਲਣਾ ਕੀ ਹੈ ਭਲਾ? ਪਾਪ ਹੈ। ਇਹ ਸਵੇਰੇ ਦੁਪਹਿਰੇ ਸ਼ਾਮੀ ਘਰ-ਬਾਰ ਦੇ ਜਾਂਦੇ ਕੀ ਕਹਿਣਾ ਭਲਾ ਬੱਚਿਆਂ ਨੂੰ? ਝੂਠ ਬੋਲਣਾ। ਤੇ ਉਹਨਾਂ ਬੱਚਿਆਂ ਦੇ ਸਾਹਮਣੇ ਆਪ ਬੋਲਣਾ। ਅਸਰ ਹੋਊਗਾ ਨਾ? ਹਾਂਜੀ, ਸਾਡੇ ਕੋਲ ਗਿਆਨ ਜ਼ਿਆਦਾ ਨਾ, ਦੇਣ ਨੂੰ ਗਿਆਨ ਜ਼ਿਆਦਾ ਆ, ਉਹਨੂੰ ਕਰਨ ਦੇ ਲਈ ਆਪਣੇ ਅੰਦਰ ਦਾ ਮਾਦਾ। ਉਹ ਬੱਚਾ ਕਦੇ ਵੀ ਝੂਠ ਤੋਂ ਬਾਜ਼ ਨਹੀਂ ਆਊਗਾ ਜਿਹੜਾ ਮਾਂ-ਬਾਪ ਨੂੰ ਆਪਣੇ ਕੰਨਾਂ ਦੇ ਨਾਲ ਕੀ ਕਰਦਾ ਭਲਾ? ਝੂਠ ਬੋਲਦੇ ਆ। ਉਹ ਕਿਉਂ ਨਾ ਝੂਠ ਬੋਲੂਗਾ ਜਿਹੜਾ ਆਪਣੇ ਮਾਂ-ਬਾਪ ਨੂੰ ਝੂਠ ਬੋਲਦੇ ਆ ਦੇਖਦਾ ਹੈ। ਤੇ ਜੇ ਮਾਂ-ਬਾਪ ਨੇ ਸਿੱਖਿਆ ਦੇਣੀ ਹੈ ਬੱਚੇ ਨੂੰ ਝੂਠ ਨਹੀਂ ਬੋਲਣਾ, ਇਸ ਤੋਂ ਪਹਿਲਾਂ ਸਿੱਖਿਆ ਸ਼ੁਰੂ ਕਰਨ। ਸਭ ਤੋਂ ਪਹਿਲਾਂ ਖੁਦ ਝੂਠ ਬੋਲਣਾ ਕੀ ਕਰਨ ਭਲਾ? ਬੰਦ ਕਰਨ। ਤੇ ਜੇ ਉਹ ਬੰਦ ਕਰਦੇ ਆ ਤੇ ਫਿਰ ਬੱਚਿਆਂ ਨੂੰ ਪਤਾ ਹੋਊਗਾ, ਅਗਲੇ ਛਾਤੀ ਠੋਕ ਕੇ ਕਹਿ ਸਕਦੇ ਆ ਜੋ ਮਰਜ਼ੀ ਆ ਜੀ, ਸਾਡਾ ਮਾਂ-ਬਾਪ ਝੂਠ ਬੋਲਦਾ। ਸਭਾ ਦੇ ਵਿੱਚ, ਪੰਚਾਇਤ 'ਚ ਖੜੇ ਹੋ ਕੇ ਕਹਿ ਸਕਦੇ ਸਾਡਾ ਮਾਂ-ਬਾਪ, ਉਹ ਆਪਣੇ ਮਾਂ-ਬਾਪ ਦੀ ਸਹੁੰ ਖਾਣਗੇ ਕਿ ਉਹ ਕਦੀ ਝੂਠ ਬੋਲ ਸਕਦੇ ਨੇ ਇਸ ਤਰੀਕੇ ਦੇ ਨਾਲ। ਨਹੀਂ ਤੇ ਗਿਆਨ ਹੀ ਆ। ਗਿਆਨ ਬੜੇ, ਅੱਜ ਮੈਂ ਸੁਣ ਰਿਹਾ ਸੀ ਇੱਕ ਭੈਣ ਬੜਾ ਆਤਮਾ 'ਚ ਭਰਪੂਰ ਹੋ ਕੇ, ਮਤਲਬ ਇੰਨੀ ਕੁ ਭਰਪੂਰ ਹੋਈ ਸੀ ਜਿਹੜਾ ਕੋਈ ਹਿਸਾਬ ਨਹੀਂ ਸੀ, ਤੇ ਬੜਾ ਕੁਛ ਦੱਸ ਰਹੀ ਸੀ। ਤੇ ਉਹ ਸਾਰੀਆਂ ਗੱਲਾਂ ਉਹਦੇ ਤੇ ਆਪਣੇ ਉੱਤੇ ਨਾਲ ਹੀ ਲਾਗੂ ਹੋ ਰਹੀਆਂ ਸੀ ਕਿ ਉਹ ਜੋ ਕੁਝ ਦੱਸ ਰਹੀ ਸੀ ਉਹਦੇ ਵਿੱਚ 1% ਵੀ ਉਹ ਆਪ ਹੈਗੀ ਤੇ ਨਾ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ। ਡਾਕਟਰ ਵੀ ਆ, ਪਾਸਟਰ ਵੀ ਆ, ਬੜਾ ਕੁਛ ਉਹਦੇ ਨਾਂ ਦੇ ਨਾਲ ਲੱਗਦਾ ਆ। ਤੇ ਪਰ ਹੈ ਕੁਛ ਵੀ, ਸਿਰਫ ਕੀ ਹੈ? ਖਾਲੀ ਗਿਆਨ ਆ। ਲੋਕਾਂ ਨੇ ਸਾਡੇ ਕੋਲ ਇਕੱਲਾ ਗਿਆਨ ਨਹੀਂ ਸੁਣਨਾ, ਲੋਕਾਂ ਨੇ ਸਾਡੇ ਕੋਲ ਇਕੱਲਾ ਗਿਆਨ ਨਹੀਂ ਸੁਣਨਾ। ਜੇ ਅਸੀਂ ਆਪਣੀ ਧਾਰਮਿਕਤਾ ਨੂੰ ਉਹਨਾਂ ਦੇ ਵਿੱਚ ਸਿੱਧ ਨਹੀਂ ਕਰਾਂਗੇ ਤੇ ਜਦੋਂ ਸਾਡੀ ਧਾਰਮਿਕਤਾ ਨੂੰ ਉਹ ਦੇਖਣਗੇ, ਫਿਰ ਸਾਡੇ ਕੋਲ ਗਿਆਨ ਥੋੜਾ ਵੀ ਹੋਊਗਾ ਉਹ ਵੀ ਚੱਲ ਜਾਣਾ। ਫਿਰ ਜ਼ਿਆਦਾ ਗਿਆਨ ਦੀ ਜ਼ਰੂਰਤ, ਬੱਚਿਆਂ ਨੂੰ ਜ਼ਿਆਦਾ ਡਾਂਟਣ ਦੀ, ਧਮਕਾਉਣ ਦੀ, ਡਰਾਉਣ ਦੀ, ਸਮਝਾਉਣ ਦੀ ਜ਼ਰੂਰਤ ਨਹੀਂ। ਜੇ ਅਸੀਂ ਆਪ ਹੀ ਉਹਨਾਂ ਦੇ ਅੱਗੇ ਕੀ ਬਣ ਜਾਈਏ ਭਲਾ? ਇੱਕ ਚੰਗਾ ਨਮੂਨਾ ਦੇ ਦਈਏ ਤੇ ਫਿਰ ਸਾਨੂੰ ਉਹਨਾਂ ਨੂੰ ਜ਼ਿਆਦਾ ਸਮਝਾਉਣ ਦੀ, ਜ਼ਿਆਦਾ ਲੈਕਚਰ ਦੇਣ ਦੀ ਜ਼ਰੂਰਤ ਨਹੀਂ ਹੈ। ਉਹ ਸਾਡੇ ਨਕਸ਼ੇ ਕਦਮ ਤੇ ਚੱਲਣਗੇ ਪੂਰੇ। नीति वचन जी लिखा, बच्चे को शिक्षा उसी मार्ग की दे। बच्चे को शिक्षा उसी मार्ग की दे जिसमें उसको चलना चाहिए और वह बुढ़ापे में भी उससे ना हटेगा। किहड़ी शिक्षा देनी बच्चे नूं भला? जिहदे विच उहनूं की करना चाहिए भला? बच्चे नूं शिक्षा उहदी दे जिहदे विच उहनूं चलना चाहिए। ते असीं किहड़ी दिंदे आ? हाँ जी, बच्चे ਨੂੰ ਸਿੱਖਿਆ ਦਿੰਦੇ ਵਕਤ ਕਿਹੜੀਆਂ ਸਾਵਧਾਨੀਆਂ ਫਿਰ ਵਰਤਣੀਆਂ ਸਾਨੂੰ ਅੱਜ ਇਹਨੂੰ ਸਿੱਖਣ ਦੀ ਜ਼ਰੂਰਤ ਹੈ ਨਾ, ਕਿ ਬੱਚੇ ਨੂੰ ਉਸੇ ਮਾਰਗ ਦੀ ਸਿੱਖਿਆ ਦੇ ਜਿਹਦੇ ਉੱਤੇ ਉਹਨੇ ਕੀ ਕਰਨਾ ਭਲਾ? ਚੱਲਣਾ ਹੈ। ਤੇ ਹੁਣ ਸਿੱਖਿਆ ਦੇਣ ਵਾਲੇ ਨੇ ਸਭ ਤੋਂ ਪਹਿਲਾਂ ਦੇਖਣਾ ਕਿ ਮੇਰੀ ਸਿੱਖਿਆ ਜਿਹੜੀ ਹੈ ਉਹ ਬੇਕਾਰ ਨਾ ਜਾਵੇ। ਤੇ ਬੇਕਾਰ ਸਿੱਖਿਆ ਉਦੋਂ ਨਹੀਂ ਜਾਊਗੀ ਜਦੋਂ ਜਿਹੜੀ ਸਿੱਖਿਆ ਅਸੀਂ ਦੇਣ ਲੱਗੇ ਹਾਂ ਉਹਦੇ ਵਿੱਚ ਅਸੀਂ ਆਪ ਸਹੀ ਹੋਈਏ। ਹੁਣ ਟੀਚਰ ਸਕੂਲ ਦਾ ਕਹਿੰਦਾ ਬੱਚਿਓ ਸਿਗਰਟ ਪੀਣੀ ਜਿਹੜੀ ਨਾ ਉਹ ਬਹੁਤ ਖਤਰਨਾਕ ਆ, ਇਹਦੇ ਨਾਲ ਜਿਹੜਾ ਨਾ ਮਤਲਬ ਕੈਂਸਰ ਹੋ ਜਾਂਦਾ ਹੈ, ਇਹਦੇ ਨਾਲ ਇਹ ਹੋ ਜਾਂਦਾ, ਉਹ ਹੋ ਜਾਂਦਾ, ਇਹਨਾਂ ਕਿਡਨੀਆਂ ਖਰਾਬ ਹੋ ਜਾਂਦੀਆਂ। ਉਹ ਲੈਕਚਰ ਦਿੰਦਾ ਬੜਾ ਜ਼ਬਰਦਸਤ, ਉਹਨੇ ਕਈ ਉਦਾਹਰਨਾਂ ਦੇ ਕੇ ਉਹਨੇ ਲੈਕਚਰ ਦੇ ਦਿੱਤਾ, ਕਈ ਲੋਕਾਂ ਦੀਆਂ ਫੋਟੋ ਵੀ ਦਿਖਾਤੀਆਂ, ਕਈਆਂ ਦੇ ਕੈਂਸਰ ਵੀ ਦਿਖਾਤੇ। ਲੈਕਚਰ ਖਤਮ ਹੋਇਆ, ਬੱਚੇ ਬਾਥਰੂਮ ਵੱਲ ਗਏ ਤੇ ਟੀਚਰ ਹੁਣੀ ਆਪ ਹੀ ਸਿਗਰਟ ਲਾ ਕੇ ਖੜੇ, ਤੇ ਬੱਚੇ ਉੱਤੇ ਅਸਰ ਹੋ ਜੂ। ਹਾਂਜੀ, ਹੁਣ ਬੱਚੇ ਜੀ ਕੀ ਟੀਚਰ ਕੀ ਕਹਿੰਦੇ ਭਲਾ? ਮਾਇਆ ਦੇ ਲੋਭੀ ਨਾ ਬਣੋ। ਕੀ ਕਹਿੰਦੇ? ਹਾਂਜੀ, ਔਰ ਪੂਰਾ ਲਾਲ ਹੋਇਆ ਹੁੰਦਾ ਸਟੇਜ ਦੇ ਉੱਤੇ ਜਦੋਂ ਕਹਿੰਦਾ ਨਾ ਮਾਇਆ ਦੇ ਲੋਭੀ ਨਾ ਬਣੋ, ਪੂਰਾ ਲਾਲ ਟਮਾਟਰ ਵਰਗਾ। ਐਂਡ ਤੇ ਜਦੋਂ ਲੋਕੀ ਨਿਕਲ ਆਦੇ ਆ, ਦਸ਼ਮਾਸ਼ ਨਾ ਭੁੱਲ ਜਾਈਓ। ਕੀ ਭਲਾ? ਚੰਦਾ ਟਾਈਮ ਸਿਰ ਦਿਆ ਕਰੋ, ਖਰਚੇ ਬਹੁਤ। ਤੇ ਸਿੱਖਿਆ ਕੀ ਦੇ ਰਹੇ ਭਲਾ? ਮਾਇਆ ਦੇ ਲੋਭੀ। ਇਹਨੇ ਬੜੇ ਲੋਕਾਂ ਦੀ ਬੇੜਾ ਗਰਕ ਕੀਤਾ, ਬੜਾ ਕੁਛ ਦੱਸਦੇ, ਬੜੀਆਂ ਉਦਾਹਰਨਾਂ ਦੇ ਕੇ, ਤੇ ਬਾਅਦ 'ਚ ਕੀ ਕਹਿੰਦੇ ਆਂਦੇ ਭਲਾ? ਦਸ਼ਮਾਂਸ਼ ਚੇਤੇ ਨਾਲ ਲਿਆ ਕਰਿਓ, ਨਹੀਂ ਤੇ ਤੁਹਾਡਾ ਬੇੜਾ ਗਰਕ
ਨਾਲ ਡਰਾ ਵੀ ਦੇਣਾ ਆ ਕਿ ਤੁਹਾਡਾ ਬੇੜਾ ਗਰਕ ਹੋ ਜਾਣਾ, ਇਹਨੂੰ ਲੈ ਆਇਓ। ਤੇ ਹੁਣ ਤੁਸੀਂ ਦੱਸੋ ਵੀ ਉਹਨਾਂ 'ਤੇ ਕੀ ਅਸਰ ਹੋਊਗਾ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਮਾਇਆ ਦੇ ਲੋਭੀ। ਤੇ ਜੇ ਲੋਕਾਂ ਨੂੰ ਇਸ ਚੀਜ਼ ਤੋਂ ਹਟਾਉਣਾ ਤੇ ਫਿਰ ਸਭ ਤੋਂ ਪਹਿਲਾਂ ਕੀ ਹੋਣਾ ਪਊਗਾ? ਤੁਹਾਨੂੰ ਖੁਦ ਨੂੰ ਉਸ ਲੋਭ ਨੂੰ ਛੱਡਣਾ ਪਊਗਾ। ਤੇ ਜੇ ਤੁਸੀਂ ਖੁਦ ਉਸ ਲੋਭ ਨੂੰ ਛੱਡਦੇ ਹੋ ਤੇ ਫਿਰ ਉਹ ਕਹਿਣਗੇ ਵੀ ਵਾਕਿਆ ਵੀ ਸਾਨੂੰ ਵੀ ਇਸ ਲੋਭ ਨੂੰ ਛੱਡਣਾ ਚਾਹੀਦਾ। ਤੇ ਜੇ ਅਸੀਂ ਆਪ ਹੀ ਲੋਭੀ ਆ ਤੇ ਫਿਰ ਅਸੀਂ ਕਿਸੇ ਨੂੰ ਕਹਿਣ ਦੇ ਹੱਕਦਾਰ, ਫਿਰ ਅਸੀਂ ਹੱਕਦਾਰ ਨਹੀਂ ਆ। ਇਸ ਲਈ ਸਿੱਖਿਆ ਦਿੰਦੇ ਵਕਤ ਅਸੀਂ ਧਿਆਨ ਰੱਖੀਏ, ਅਸੀਂ ਉਹੀ ਸਿੱਖਿਆ ਦਈਏ ਜਿਹਦੇ ਵਿੱਚ ਅਸੀਂ ਆਪ ਚੱਲਣਾ ਹੈ। ਅਸੀਂ ਉਹ ਸਿੱਖਿਆ ਦਈਏ ਜਿਸ ਤੋਂ ਬਾਅਦ ਕੋਈ ਸਾਨੂੰ ਆਪਣੇ ਨੂੰ ਨਾ ਫੜ ਲਵੇ ਗੱਲ ਰੋਂ ਵੀ ਤੂੰ ਉੱਥੇ ਤੇ ਕੁਛ ਕਹਿੰਦਾ ਤੇ ਇੱਥੇ ਕੀ ਹੈ ਭਲਾ, ਉੱਥੇ ਤੂੰ ਕੁਛ ਕਹਿੰਦਾ ਸੀ, ਇੱਥੇ ਤੂੰ ਕੁਛ ਕਹਿ ਰਿਹਾ ਹੈ। ਸੋ ਅਸੀਂ ਉਹੋ ਹੀ ਕਹੀਏ, ਬੱਚੇ ਨੂੰ ਸਿੱਖਿਆ ਉਹੀ ਦਈਏ ਜਿਹਦੇ ਵਿੱਚ ਅਸੀਂ ਖੁਦ ਚੱਲੀਏ ਪਹਿਲਾਂ। ਬਲਕਿ ਮੈਂ ਤਾਂ ਇਹ ਕਹਿੰਦਾ ਬੱਚੇ ਨੂੰ ਉਹੋ ਸਿਖਾਉਣਾ ਸ਼ੁਰੂ ਕਰੋ। ਜੇ ਤੋਂ ਪਹਿਲਾਂ ਕੀ ਕਰੋ, ਪਹਿਲਾਂ ਉਹਨਾਂ ਦੇ ਅੱਗੇ ਆਪ ਇੱਕ ਆਦਰਸ਼ ਬਣੋ, ਆਪ ਇੱਕ ਉਹਨਾਂ ਦੇ ਅੱਗੇ ਨਮੂਨਾ ਬਣੋ, ਤੇ ਫਿਰ ਤੁਸੀਂ ਉਹਨਾਂ ਨੂੰ ਕਹੋਗੇ ਤੇ ਉਹਨਾਂ ਦੇ ਉੱਤੇ ਅਸਰ ਹੋਊਗਾ। ਸੇਮ ਗੱਲ ਇੱਕ ਸੇਵਕ ਦੀ ਹੈ। ਸੇਵਕ ਜੋ ਕਹਿੰਦਾ ਹੈ, ਜੇ ਉਹ ਆਪ ਉਹਦੇ ਵਿੱਚ ਖਰਾ ਨਹੀਂ ਉਤਰਦਾ ਤੇ ਫਿਰ ਉਹਦੀਆਂ ਸਾਰੀਆਂ ਗੱਲਾਂ ਕੀ ਹੋ ਜਾਂਦੀਆਂ ਭਲਾ, ਬੇਫਾਇਦਾ ਹੋ ਜਾਂਦੀਆਂ। ਪਰ ਜੇ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਦਿਖਾਉਂਦਾ ਆ ਤੇ ਫਿਰ ਉਹਨਾਂ ਗੱਲਾਂ ਦਾ ਲੋਕਾਂ ਦੇ ਉੱਤੇ ਕੀ ਹੁੰਦਾ ਭਲਾ, ਅਸਰ ਹੁੰਦਾ। ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ, ਦੁਆ ਕਰਦੇ ਹਾਂ। ਪਿਆਰੇ ਖੁਦਾਵੰ ਖੁਦਾ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਅੱਛੇ ਸਮੇਂ ਦੇ ਲਈ। ਖੁਦਾਵੰ ਤੇਰੇ ਵਚਨਾਂ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ। ਜੋ ਵੀ ਤੇਰੇ ਵਚਨ ਦਾ ਬੀਜ ਬੀਜਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ 100 ਗੁਣਾ ਫਲ ਲਿਆਵੇ। ਖੁਦਾਵੰਦ ਸੱਚਮੁੱਚ ਜਿਹੜੇ ਲੋਕ ਤੇਰੇ ਘਰ ਦੇ ਵਿੱਚ ਵਸਣਾ ਚਾਹੁੰਦੇ ਨੇ, ਉਹ ਅੱਜ ਇਹ ਫੈਸਲਾ ਲੈਣ ਕਿ ਜੋ ਵੀ ਵਚਨ ਦੀਆਂ ਗੱਲਾਂ ਅਸੀਂ ਸੁਣੀਆਂ ਆ ਉਹਨਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਤਨੋ ਮਨੋ ਪੂਰਾ ਜ਼ੋਰ ਲਾਵਾਂਗੇ ਤਾਂ ਕਿ ਅਸੀਂ ਤੇਰੇ ਘਰ ਦੇ ਵਿੱਚ ਵਸ ਸਕੀਏ। ਇੱਕ ਇੱਕ ਜ਼ਿੰਦਗੀ ਨੂੰ ਤੁਹਾਡੇ ਮੁਬਾਰਕ ਹੱਥਾਂ ਦਿੰਦੇ ਹਾਂ, ਤੇਰੀ ਨੇਕ ਇੱਛਾ ਨੂੰ ਮੰਗ ਲੈਂਦੇ ਹਾਂ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ, ਮਸੀਹ ਯਿਸੂ ਦੇ ਨਾਮ ਦੇ ਵਿੱਚ। ਪਿਆਰੇ ਖੁਦਾਵੰ ਖੁਦਾ, ਜਿਸ ਬੱਚੇ ਦੇ ਜਨਮ ਦਿਨ ਦੇ ਕਾਰਨ ਅੱਜ ਇਹ ਇਬਾਦਤ ਰੱਖੀ ਗਈ, ਖੁਦਾਵੰਦ ਉਸ ਬੱਚੇ ਦੇ ਉੱਤੇ ਤੇਰੀ ਵੱਡੀ ਰਹਿਮਤ ਨੂੰ ਮੰਗ ਲੈਂਦੇ ਹਾਂ। ਜਿਵੇਂ ਜਿਵੇਂ ਜਿਸਮ 'ਚ ਵਧੇ, ਤੇਰੀ ਰੂਹ ਦੇ ਵਿੱਚ ਵਧੇ। ਖੁਦਾਵੰਦ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰੇ, ਖਾਨਦਾਨ ਦਾ ਨਾਮ ਰੌਸ਼ਨ ਕਰੇ, ਮਸੀਹਤ ਦਾ ਨਾਮ ਰੌਸ਼ਨ ਕਰੇ। ਖੁਦਾਵੰਦ ਉਹ ਤੇਰੇ ਮਨ ਨੂੰ ਪਾਵੇ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ, ਮਸੀਹ ਯਿਸੂ ਦੇ ਨਾਮ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ, ਆਮੀਨ। ਹਾਲੇਲੂਇਆ। ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਕੀ ਜੀ। ਖੁਦਾ ਤੁਹਾਨੂੰ ਸਭ ਨੂੰ ਬਰਕਤ ਦੇਵੇ।